ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਸ਼ਨ। शुद्ध ब्रह्म विषय प्रपंच का आरोप कैसे हुआ है? उत्तर। अनादि शुद्ध ब्रह्म के विषय अनादि कल्पित प्रकृति है। तिस प्रकृति का ब्रह्म के साथ अनादि कल्पित तादात्म्य संबंध है। कहिए कल्पित भेद सहित वास्तव अभेद रूप संबंध है। ਕੱਲ੍ਹ ਆਪਾਂ ਦੂਜੀ ਕਲਾ ਦਾ ਜਿਹੜਾ ਸੀ ਉਹ ਮਨਹਰ ਛੰਦ ਪੜ੍ਹਿਆ ਸੀ, ਜਿਹਦੇ ਵਿੱਚ ਆਪਾਂ ਅੱਖਰੀ ਅੱਖਰੀ ਅਰਥ ਕੀਤੇ ਸੀ। ਇੱਥੇ शुद्ध ब्रह्म विषय प्रपंच का आरोप, क्योंकि अध्याय का नाम है ना प्रपंच आरोप अपवाद। ਉਹ ਇਹ ਆ ਵੀ ਜਿਹੜਾ ਸ਼ੁੱਧ ਬ੍ਰਹਮ ਹੈ ਉਹਦੇ 'ਚ ਪ੍ਰਪੰਚ ਦਾ ਆਰੋਪ ਕਿਸ ਤਰ੍ਹਾਂ ਹੋਇਆ ਅਤੇ ਅਪਵਾਦ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਉਹ ਪੂਰਾ ਕਰਾਂਗੇ ਖੰਡਨ ਕਰਕੇ। ਆਰੋਪ ਕੀ ਹੁੰਦਾ ਵਾ ਕਿ ਜੋ ਬ੍ਰਹਮ ਰੂਪ ਵਸਤੂ ਆ, ਉਸ ਬ੍ਰਹਮ ਰੂਪ ਵਸਤੂ ਵਿੱਚ ਅਗਿਆਨ ਅਤੇ ਅਗਿਆਨ ਦਾ ਕਾਰਜ ਉਹ ਕੀ ਆ? ਭੂਤ, ਜਿਹੜੇ ਪੰਜ ਤੱਤ ਹੈ ਅਤੇ ਭੌਤਿਕ ਪਦਾਰਥ ਆ ਸਰੀਰ ਆਦਿਕ ਜੋ ਹੈ ਆ ਪਿੰਡ ਬ੍ਰਹਿਮੰਡ, ਇਹ ਸਾਰੇ ਕੀ ਆ? ਆ ਵਸਤੂ ਆ। ਇਹ ਵਸਤੂ ਦਾ ਅਵਸਤੂ ਦਾ ਕਥਨ ਕਰਨਾ ਆਰੋਪ ਹੈ। ਮਤਲਬ ਬ੍ਰਹਮ ਦੇ ਵਿੱਚ ਪ੍ਰਪੰਚ ਦਾ ਜਿਹੜਾ ਕਥਨ ਕਰਨਾ ਹੈ ਵੀ ਇਹ ਦਿਖਾਈ ਦੇ ਰਿਹਾ ਹੈ, ਤੁਸੀਂ ਕਹਿੰਦੇ ਹੈ ਨਹੀਂ, ਫਿਰ ਇਹ ਦਿਖਾਈ ਕਿਉਂ ਦੇ ਰਿਹਾ ਹੈ? ਤੁਸੀਂ ਕਹਿੰਦੇ ਬ੍ਰਹਮ ਹੀ ਬ੍ਰਹਮ ਹੋ, ਪਰ ਇਹ ਸੰਸਾਰ ਵੀ ਤਾਂ ਹੈ। ਇਹ ਜਿਹੜਾ ਬ੍ਰਹਮ ਸ਼ੁੱਧ ਬ੍ਰਹਮ ਵਿੱਚ ਪ੍ਰਪੰਚ ਦਾ ਆਰੋਪ ਦੂਸ਼ਣ ਕੀਤਾ ਹੈ, ਇਹਦਾ ਅਪਵਾਦ ਕਰਨਾ ਹੈ ਇਸ ਕਲਾ ਦੇ ਵਿੱਚ, ਉਹਦਾ ਹੀ ਸੰਬੰਧ ਵਿੱਚ ਆ ਰਿਹਾ ਹੈ। ਪਹਿਲੀ ਗੱਲ, ਇੱਥੇ ਜੋ ਵਸਤੂ ਦਾ ਕਥਨ ਕੀਤਾ ਮਨਹਰ ਛੰਦ ਦੇ ਵਿੱਚ, ਵਸਤੂ ਜੋ ਵੇਦਾਂਤ ਸ਼ਾਸਤਰ ਜਾਂ ਸਤ ਸ਼ਾਸਤਰ ਵਿੱਚ ਕਿਤੇ ਆਏ ਵਸਤੂ ਦਾ ਅਰਥ ਲੈਣਾ ਬ੍ਰਹਮ। ਸ਼ਾਸਤਰ ਵਿੱਚ ਵਸਤੂ ਦਾ ਅਰਥ ਹਮੇਸ਼ਾ ਹੀ ਲੈਣਾ ਕਿ ਬ੍ਰਹਮ ਚੇਤਨ ਹੈ ਜਿੱਥੇ ਵੀ ਆ। ਅਤੇ ਆ ਵਸਤੂ ਕਿਹਨੂੰ ਕਹਿਣਾ? ਬ੍ਰਹਮ ਚੇਤਨ ਨੂੰ ਛੱਡ ਕੇ ਜੋ ਵੀ ਕੁਝ ਹੈ ਉਸ ਨੂੰ ਅਵਸਤੂ ਕਹਿੰਦੇ। ਠੀਕ ਹੈ ਜੀ। ਮਤਲਬ ਜਿਵੇਂ ਆਤਮਾ ਆ ਅਤੇ ਅਨਾਤਮਾ। ਆਤਮਾ ਕੀ ਹੈ? ਜੋ ਆਪਣੇ ਜੋ ਸਭ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ, ਜੋ ਬ੍ਰਹਮ ਦਾ ਇੱਕ ਹਿੱਸਾ ਅਵਿਦਿਆ ਦੇ ਸਹਿਤ ਅੰਤਸ਼ਕਰਨ ਦੇ ਵਿੱਚ ਜਿੰਨਾ ਹਿੱਸਾ ਬ੍ਰਹਮ ਦਾ ਆਇਆ ਵਾ ਅੰਤਸ਼ਕਰਨ ਦੇ ਵਿੱਚ, ਉਹਦਾ ਨਾਮ ਆਤਮਾ ਹੈ। ਜੋ ਵਿਆਪਕ ਰੂਪ ਵਿੱਚ ਉਹ ਕੀ ਹੈ? ਬ੍ਰਹਮ ਚੇਤਨ। ਅਤੇ ਆਤਮਾ ਨੂੰ ਛੱਡ ਕੇ ਜੋ ਕੁਝ ਵੀ ਹੈ, ਭਾਵ ਤਿੰਨ ਸਰੀਰ, ਮਨ, ਬੁੱਧ, ਚਿੱਤ, ਅਹੰਕਾਰ, ਸੂਖਮ ਸਥੂਲ ਕਾਰਨ ਦੇ, ਫਿਰ ਉਸ ਤੋਂ ਇਲਾਵਾ ਜੋ ਕੁਝ ਬਾਹਰ ਨਜ਼ਰ ਆ ਰਿਹਾ, ਇਹ ਸਭ ਅਨਾਤਮਾ ਹੈ। ਅਤੇ ਜਦੋਂ ਆਤਮਾ ਸੰਬੰਧ ਵਿੱਚ ਕਥਨ ਕਰਨਾ ਵਾ ਉਦੋਂ ਤੇ ਆ ਸਰੀਰ ਤਾਂ ਕੀ ਲਾ ਲੈਣਾ ਹਿਸਾਬ ਕਿਤਾਬ ਵੀ ਇਹ ਸਭ ਅਨਾਤਮਾ। ਜਦੋਂ ਬ੍ਰਹਮ ਦੀ ਗੱਲ ਆ ਗਈ ਉਦੋਂ ਬ੍ਰਹਮ ਨੂੰ ਵਿਆਪਕ ਆ ਚੇਤਨ ਬ੍ਰਹਮ ਨੂੰ ਛੱਡ ਕੇ ਬਾਕੀ ਜੋ ਕੁਝ ਵੀ ਆ ਦਿਖਾਈ ਦੇ ਰਿਹਾ ਹੈ, ਹਾਂਜੀ, ਇਹ ਸਭ ਨੂੰ ਅਵਸਤੂ ਮੰਨਣਾ। ਬ੍ਰਹਮੀ ਵਿੱਚ ਬ੍ਰਹਮ ਚੇਤਨ ਇੱਕ ਵਸਤੂ ਆ, ਬਾਕੀ ਸਭ ਅਵਸਤੂ ਆ। ਠੀਕ ਹੈ ਜੀ। ਇੱਥੇ ਹੁਣ ਪ੍ਰਸ਼ਨ ਅੱਜ ਆਇਆ ਹੈ कि शुद्ध ब्रह्म विषय प्रपंच का आरोप कैसे हुआ है? उत्तर। अनादि शुद्ध ब्रह्म के विषय अनादि कल्पित प्रकृति है। मनहर शब्द जो है भी ब्रह्म जो है वो की है? अनंत। तो इत्थे अनादि शुद्ध ब्रह्म लिख दिता नाल। ब्रह्म अनादि भी आ ते
ਅਨੰਤ ਵੀ ਹੈ। ਕੱਲ ਦੱਸਿਆ ਸੀ ਵੀ ਅਨਾਦਿ ਕੀ ਆ, ਜਿਸ ਦਾ ਆਦਿ ਕੋਈ ਨਹੀਂ, ਜਿਹਦੀ ਸ਼ੁਰੂਆਤ ਕੋਈ ਨਹੀਂ, ਜਿਸ ਦਾ ਆਦਿ ਕੋਈ ਨਹੀਂ, ਜਿਸ ਦਾ ਜਨਮ ਨਹੀਂ ਹੁੰਦਾ। ਐਸੀ ਜੋ ਵੀ ਚੀਜ਼ ਉਹਨੂੰ ਅਨਾਦਿ ਕਹਿੰਦੇ ਆ। ਤੇ ਅਸਲ ਅਨਾਦਿ ਕੌਣ ਹੈ? ਬ੍ਰਹਮ ਹੀ ਹੈ। ਹੁਣ ਜਿਹਦੇ ਸੰਪੂਰਨ ਤੌਰ 'ਤੇ 6 ਅਨਾਦਿ ਮੰਨੇ, ਪਰ 6 ਵਿੱਚ 5 ਸ਼ਾਂਤ ਅਨਾਦਿ ਹੈ। ਤੇ ਆਦ ਇੱਕ ਹੁੰਦਾ ਆਦ ਵਾਲਾ, ਜਿਹਦਾ ਆਦ ਹੈ। ਜਿਵੇਂ ਸਾਡੇ ਆਦ ਮਾਤਾ ਪਿਤਾ ਹੈ, ਮਾਤਾ ਪਿਤਾ ਦੇ ਆਦ ਉਹਨਾਂ ਦੇ ਮਾਤਾ ਪਿਤਾ ਹੈ। ਸ੍ਰਿਸ਼ਟੀ ਦਾ ਆਦ ਈਸ਼ਵਰ ਹੈ, ਈਸ਼ਵਰ ਦਾ ਆਦ ਬ੍ਰਹਮ ਹੈ। ਪਰ ਬ੍ਰਹਮ ਦਾ ਕੋਈ ਆਦ ਨਹੀਂ ਹੈ, ਉਹ ਅਨਾਦਿ ਹੈ। ਮਤਲਬ ਜਿਸ ਦਾ ਜਨਮ ਨਹੀਂ ਹੁੰਦਾ, ਜਿਹਦੀ ਸ਼ੁਰੂਆਤ ਨਹੀਂ ਹੁੰਦੀ, ਉਹ ਹੈ ਅਨਾਦਿ। ਤੇ ਅਨੰਤ ਕਿਹਨੂੰ ਕਹਿੰਦੇ ਆ? ਜਿਸ ਦੀ ਕਦੀ ਮੌਤ ਨਹੀਂ ਹੁੰਦੀ, ਜੋ ਕਦੀ ਵੀ ਖਤਮ ਨਹੀਂ ਹੁੰਦਾ, ਤੇ ਜੋ ਬੇਅੰਤ ਸਰੂਪ ਹੈ, ਉਸ ਨੂੰ ਅਨੰਤ ਕਹਿੰਦੇ ਆ। ਠੀਕ ਹੈ ਜੀ। ਤੇ ਇਸ ਅਨਾਦਿ ਸ਼ੁੱਧ ਬ੍ਰਹਮ ਕੇ ਵਿਸ਼ੇ ਅਨਾਦਿ ਕਲਪਿਤ ਪ੍ਰਕਿਰਤੀ ਹੈ। ਹੁਣ ਪ੍ਰਕਿਰਤੀ ਨੂੰ ਵੀ ਅਨਾਦਿ ਕਿਹਾ ਗਿਆ ਹੈ। ਪਰ ਇਹ ਜੋ ਹੈ ਨਾ, ਪ੍ਰਕਿਰਤੀ ਕੀ ਹੈ? ਮਾਇਆ ਦਾ ਦੂਜਾ ਨਾਮ ਪ੍ਰਕਿਰਤੀ। ਠੀਕ ਹੈ। ਮਾਇਆ ਕਹਿ ਲਓ, ਪ੍ਰਕਿਰਤੀ ਕਹਿ ਲਓ, ਉਂਝ ਇੱਕ ਹੀ ਗੱਲ ਹੈ। ਇਹ ਥੋੜ੍ਹੇ ਥੋੜ੍ਹੇ ਭੇਦ ਕਰਕੇ ਨਾਮ ਵੱਖਰੇ ਪਏ ਹੋਏ ਹੈ। ਤੇ ਹੁਣ ਗਿਆਨ ਹੋਣ ਦੇ ਮਾਇਆ ਦੀ ਜਿਹੜੀ ਹੈ ਨਿਵਰਤੀ ਹੋ ਜਾਂਦੀ ਹੈ। ਇਹਦੇ ਵਿੱਚ ਗਿਆਨ ਹੋ ਜਾਵੇ ਨਾ, ਤੇ ਮਾਇਆ ਦੀ ਨਿਵਰਤੀ ਹੋ ਜਾਂਦੀ ਹੈ। ਇਸੇ ਕਰਕੇ ਇਹਨੂੰ ਸ਼ਾਂਤ ਅਨਾਦਿ ਕਿਹਾ ਨਾ। ਤੇ ਮਾਇਆ ਦੇ ਦੂਸਰਾ ਰੂਪ ਕੀ ਹੈ? ਪ੍ਰਕਿਰਤੀ। ਪ੍ਰਕਿਰਤੀ ਭਾਵ ਪ੍ਰਕਿਰਤੀ। ਪ੍ਰਕਿਰਤੀ ਕੀ ਹੈ? ਵੀ ਜੋ ਪਹਿਲਾਂ ਦੇ ਵਿੱਚ ਆਕਿਰਤੀ ਨਹੀਂ ਸੀ। ਪ੍ਰਕਿਰਤੀ ਭਾਵ ਪਰ ਕਹੀਏ ਪਹਿਲਾਂ, ਜੋ ਪਹਿਲਾਂ ਦੇ ਵਿੱਚ ਅਕਿਰਤੀ ਨਹੀਂ ਸੀ, ਜਿਹਦੀ ਕਿਰਤੀ ਨਹੀਂ ਸੀ ਹੋਈ। ਫਿਰ ਜਦੋਂ ਆਕਾਰ ਕਿਰਤੀ ਹੋਈ, ਭਾਵ ਜਦੋਂ ਇਹ ਆਕਾਰ ਰੂਪ ਵਿੱਚ ਹੁੰਦੀ, ਇਹਦਾ ਆਕਾਰ ਹੁੰਦਾ, ਉਸ ਨੂੰ ਪ੍ਰਕਿਰਤੀ ਕਹਿੰਦੇ। ਜਦੋਂ ਤੱਕ ਆਕਾਰ ਨਹੀਂ ਹੁੰਦਾ, ਉਹਨਾਂ ਚਿਰ ਕੀ ਹੈ? ਮਾਇਆ। ਜਦੋਂ ਆਕਾਰ ਰੂਪ ਵਿੱਚ ਹੋਊਗੀ ਮਾਇਆ, ਉਹਦਾ ਨਾਮ ਪ੍ਰਕਿਰਤੀ। ਬੀਜ ਵਿੱਚ ਬ੍ਰਿਕਸ਼ ਨਿਕਲਦਾ ਹੈ, ਤੇ ਬ੍ਰਿਕਸ਼ ਵਿੱਚੋਂ ਬੀਜ ਨਿਕਲਦਾ ਹੈ। ਬੀਜ ਜਦੋਂ ਬੀਜ ਹੈ, ਤੁਸੀਂ ਜਦੋਂ ਉਸ ਬੀਜ ਨੂੰ ਤੋੜੋਗੇ, ਜੋ ਬੀਜ ਹੈ, ਉਸ ਵਿੱਚੋਂ ਬ੍ਰਿਕਸ਼ ਕਦੀ ਦਿਖਾਈ ਨਹੀਂ ਦਿੰਦਾ। ਉਹ ਭਾਵੇਂ ਕਿਸੇ ਵੀ ਸ਼ੀਸ਼ੇ ਨਾਲ ਵੇਖ ਲਓ, ਜਿਹੜੇ ਜਿਵੇਂ ਸ਼ੀਸ਼ੇ ਨਾਲ ਦਹੀਂ ਵਿੱਚ ਕੀਟਾਣੂ ਵੇਖ ਲਈਦੇ ਆ। ਜਿਵੇਂ ਆਵੇ ਦੀਵਾਨ ਕੇਲਾ ਗਲਿਆ ਹੋਵੇ, ਤਾਂ ਉੱਥੋਂ ਹੀ ਵੇਖ ਕੇ ਕਹਿੰਦੇ ਵੀ ਨਾ ਖਾਓ, ਇਹ 'ਚ ਕੀਟਾਣੂ। ਤੁਸੀਂ ਕਿਸੇ ਵੀ ਸ਼ੀਸ਼ੇ ਨਾਲ ਵੇਖ ਲਓ, ਬੀਜ ਵਿੱਚ ਬ੍ਰਿਕਸ਼ ਕਦੀ ਦਿਖਾਈ ਨਹੀਂ ਦੇਊਗਾ। ਪਰ ਬੀਜ ਵਿੱਚੋਂ ਜਦੋਂ ਆਪਾਂ ਆਪਣੇ ਗਿਆਨ ਨਾਲ ਵੇਖਾਂਗੇ, ਤੇ ਉਹ ਬੀਜ ਵਿੱਚ ਕੀ ਛੁਪਿਆ? ਬ੍ਰਿਕਸ਼। ਜੋ ਬੀਜ ਵਿੱਚ ਬ੍ਰਿਕਸ਼ ਛੁਪਿਆ ਹੋਇਆ ਨਾ, ਉਸ ਨੂੰ ਅਸੀਂ ਕਹਿ ਸਕਦੇ ਹਾਂ ਮਾਇਆ। ਜੋ ਵਿੱਚ ਛੁਪਿਆ ਹੋਇਆ ਉਹ ਮਾਇਆ। ਜਦੋਂ ਉਹ ਬੀਜ ਸਮੇਂ ਦੇ ਨਾਲ ਬ੍ਰਿਕਸ਼ ਰੂਪ ਬਣ ਕੇ, ਭਾਵ ਬ੍ਰਿਕਸ਼ ਦੇ ਰੂਪ ਵਿੱਚ, ਆਕਾਰ ਰੂਪ ਵਿੱਚ ਆ ਕੇ ਆਉਂਦਾ ਹੈ, ਜਦੋਂ ਉਹ ਬੀਜ ਬ੍ਰਿਕਸ਼ ਦੇ ਆਕਾਰ ਵਿੱਚ ਆਉਂਦਾ ਹੈ, ਉਹਨੂੰ ਵੀ ਕਹੀਦਾ ਹੈ ਪ੍ਰਕਿਰਤੀ। ਇਵੇਂ ਸਮਝ ਲਓ, ਸ਼ਾਹ ਤੱਕ ਜਾਣਾ, ਇੱਥੋਂ ਤੱਕ ਹੀ ਰਹੋ। ਜਿਵੇਂ ਆਂਡਾ ਕੀ ਹੈ? ਮਾਇਆ। ਜਦੋਂ ਆਂਡੇ ਵਿੱਚੋਂ ਬੱਚਾ ਆਕਾਰ ਰੂਪ 'ਚ ਆ ਗਿਆ, ਉਹ ਹੈ ਪ੍ਰਕਿਰਤੀ। ਸੌਖਾ ਜਿਹਾ ਇਹਨੂੰ ਪ੍ਰਕਿਰਤੀ ਕਹਿੰਦੇ ਹੈ। ਇੰਨਾ ਕੁ ਸਮਝ ਲੈਣਾ। ਅਨਾਦਿ ਸ਼ੁੱਧ ਬ੍ਰਹਮ ਕੇ ਵਿਸ਼ੇ ਅਨਾਦਿ ਕਲਪਿਤ ਪ੍ਰਕਿਰਤੀ ਹੈ। ਠੀਕ ਹੈ ਜੀ। ਕਲਪਿਤ ਪ੍ਰਕਿਰਤੀ। ਹੁਣ ਕਲਪਿਤ ਕਿਹਨੂੰ ਭਲਾ ਕਹਿੰਦੇ? ਜੋ ਹੈ ਨਹੀਂ, ਬਸ ਇੱਕ ਕਲਪਨਾ ਕਰ ਲੈਣੀ। ਤੇ ਕਲਪਨਾ ਕਦੀ ਸੱਚੀ ਨਹੀਂ ਹੁੰਦੀ। ਕਲਪਨਾ ਹਮੇਸ਼ਾ ਝੂਠੀ ਹੀ ਹੁੰਦੀ ਹੈ। ਕਲਪਨਾ ਕਦੀ ਸੱਚੀ ਨਹੀਂ ਹੁੰਦੀ। ਮਤਲਬ ਜੋ ਹੈ ਨਹੀਂ ਹੈ,
ਅਤੇ ਸੁਪਨੇ ਦੇ ਪਦਾਰਥਾਂ ਦੀ ਨਿਆਈ ਭਰਮ ਕਰਕੇ ਪ੍ਰਤੀਤ ਹੋਵੇ ਉਹ ਕਲਪਿਤ ਹੈ। ਜਿਵੇਂ ਰੱਸੀ ਵਿੱਚ ਸੱਪ, ਹੁਣ ਰੱਸੀ ਵਿੱਚ ਸੱਪ ਭਰਮ ਕਰਕੇ ਮੰਦ ਅੰਧਕਾਰ ਕਰਕੇ ਪ੍ਰਤੀਤ ਤੇ ਹੋ ਗਿਆ ਵੀ ਸੱਪ ਹੈ, ਜੋ ਹੈ ਨਹੀਂ, ਪ੍ਰਤੀਤ ਹੀ ਹੋ ਗਿਆ ਨਾ। ਪਰ ਰੱਸੀ ਦਾ ਗਿਆਨ ਹੋਣ ਤੇ ਉਹ ਸੱਪ ਦੀ ਨਿਵਰਤੀ ਹੋ ਜਾਂਦੀ ਹੈ। ਤੇ ਕਲਪਤ ਰੂਪ ਮਤਲਬ ਹੈ ਨਹੀਂ ਹੈ, ਪਰ ਉਹ ਲੱਗਣ ਲੱਗ ਪਿਆ ਭਰਮ ਕਰਕੇ ਵੀ ਉਹ ਲੱਗਦਾ ਵੀ ਸੱਪ ਬੈਠਾ ਤੇ ਉਹ ਡਰ ਪੈ ਸਭ ਕੁਝ ਪੈਦਾ ਹੋ ਗਿਆ। ਸੀਪੀ ਵਿੱਚ ਚਾਂਦੀ, ਸੀਪੀ ਚਮਕਦੀ ਹੈ ਧੁੱਪ ਕਰਕੇ ਸਮੁੰਦਰ ਦੇ ਕਿਨਾਰੇ ਐਂ ਲੱਗਦਾ ਜੇ ਚਾਂਦੀ ਹੈ, ਪਰ ਜੋ ਹੈ ਨਹੀਂ, ਭਰਮ ਕਰਕੇ ਪ੍ਰਤੀਤ ਹੋਣ ਲੱਗ ਪਈ। ਸੁਪਨੇ ਦੇ ਪਦਾਰਥ ਵਿੱਚ ਰਾਜਾ ਕਦੀ ਕੰਗਾਲ, ਹੁਣ ਸੁਪਨੇ ਦੇ ਜਿੰਨੇ ਬਾਜੀ ਪਦਾਰਥ ਤੁਹਾਡੇ ਅੱਗੇ ਪਏ ਹੁਣ ਉਹਨਾਂ ਨੂੰ ਤੁਹਾਡਾ ਪੇਟ ਨਹੀਂ ਭਰਨ ਵਾਲਾ, ਉਹਨਾਂ ਨੂੰ ਤੁਸੀਂ ਰੱਜਣ ਵਾਲੇ ਨਹੀਂ ਆ। ਸੁਪਨੇ ਵਿੱਚ ਰਾਜੇ ਬਣੇ, ਤੁਸੀਂ ਰਾਜੇ ਬਣਨ ਵਾਲੇ ਨਹੀਂ। ਉੱਥੇ ਅੱਖਾਂ ਖੁੱਲ੍ਹਣ ਤੇ ਸਾਰਾ ਸੁਪਨਾ ਸਮਾਪਤ। ਕਲਪਿਤ ਕਿਹਨੂੰ ਕਹਿੰਦੇ ਆ? ਮਤਲਬ ਜੋ ਹੈ ਨਹੀਂ ਅਤੇ ਸੁਪਨੇ ਦੇ ਪਦਾਰਥਾਂ ਦੀ ਨਿਆਈ ਭਰਮ ਕਰਕੇ ਪ੍ਰਤੀਤ ਹੋਵੇ ਉਹ ਹੈ ਕਲਪਿਤ। ਜਿਵੇਂ ਰੱਸੀ ਵਿੱਚ ਸੱਪ, ਸੀਪੀ ਵਿੱਚ ਚਾਂਦੀ, ਮਰੂਭੂਮੀ ਵਿੱਚ ਮ੍ਰਿਗ ਜਲ ਕੀ ਨਿਆਈ, ਤੇ ਜਿਵੇਂ ਠੋਠ ਮੇਂ ਪੁਰਸ਼ ਕੀ ਨਿਆਈ। ਇਹ ਸਭ ਕੀ ਹੈ? ਕਲਪਿਤ ਰੂਪ ਹੈ, ਕਲਪੇ ਹੋਏ। ਇਸੇ ਤਰ੍ਹਾਂ ਅਨਾਦਿ ਸ਼ੁੱਧ ਬ੍ਰਹਮ ਦੇ ਵਿੱਚ ਵਿਸ਼ੇ ਕੀ ਹੈ? ਵਿੱਚ ਅਨਾਦਿ ਕਲਪਿਤ ਪ੍ਰਕਿਰਤੀ ਹੈ। ਇਹ ਪ੍ਰਕਿਰਤੀ ਹੈ ਨਹੀਂ, ਪਰ ਕਲਪਿਤ ਕੀ? ਕਲਪਿਤ ਰੂਪ ਹੈ, ਕਲਪਨਾ ਕੀਤੀ। ਇਹ ਪ੍ਰਕਿਰਤੀ ਹੈ ਨਹੀਂ, ਪਰ ਬ੍ਰਹਮ ਵਿੱਚ ਭਾਸ ਰਹੀ ਹੈ। ਜਿਵੇਂ ਰੱਸੀ ਵਿੱਚ ਸੱਪ ਭਾਸਦਾ ਹੈ, ਠੀਕ ਹੈ ਜੀ। ਇਸੇ ਤਰ੍ਹਾਂ ਨਾ ਤੇ ਉਹ ਰੱਸੀ ਵਿੱਚ ਸੱਪ ਸੱਚ ਹੈ, ਨਾ ਠੋਠ ਮੈਂ ਪੁਰਸ਼ ਸੱਚ ਹੈ, ਨਾ ਸੀਪੀ ਵਿੱਚ ਚਾਂਦੀ ਸੱਚ ਹੈ, ਬਸ ਕਲਪਨਾ ਮਾਤਰ। ਸੋ ਇੱਥੇ ਉਹੀ ਵਿਚਾਰ ਚੱਲ ਰਹੀ ਹੈ। ਤੇ ਇਸ ਨੂੰ ਅਨਾਦਿ ਕਿਉਂ ਕਿਹਾ ਗਿਆ ਹੈ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਕਰਦੇ ਹਨ ਨਾ, ਥਿਤ ਵਾਰਨਾ ਜੋਗੀ ਜਾਣੇ, ਰੁੱਤ ਮਾਹੁ ਨਾ ਕੋਈ, ਜਾ ਕਰਤਾ ਸ੍ਰੇਠੀ ਕਉ ਸਾਜੇ, ਆਪੇ ਜਾਣੇ ਸੋਈ। ਉਹ ਪਰਮੇਸ਼ਰ ਜਾਣਦਾ, ਬਾਕੀ ਨਹੀਂ ਕੋਈ ਜਾਣਦਾ। ਉਹ ਅਨਾਦਿ ਬ੍ਰਹਮ ਹੀ ਇਸ ਪ੍ਰਕਿਰਤੀ ਮਾਇਆ ਨੂੰ ਜਾਣਦਾ ਹੈ ਕਿ ਕਦੋਂ ਸਾਜੀ, ਹੋ ਨਹੀਂ ਕੋਈ ਜਾਣਦਾ। ਨਾ ਕੋਈ ਥਿਤ ਜਾਣਦਾ, ਨਾ ਕੋਈ ਵਾਰ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਨਾ ਰੁੱਤ ਨਾ ਮਹੀਨਾ ਕਦੋਂ ਪੈਦਾ ਹੋਈ। ਇਸੇ ਕਰਕੇ ਇਹਨੂੰ ਅਨਾਦਿ ਕਹਿੰਦੇ। ਜਾ ਕਰਤਾ ਸ੍ਰਿਸ਼ਟੀ ਕਉ ਸਾਜੇ, ਫਿਰ ਪ੍ਰਕਿਰਤੀ ਕੀ ਹੈ? ਮਾਇਆ। ਮਾਇਆ ਕੀ ਹੈ? ਸ੍ਰਿਸ਼ਟੀ ਹੈ, ਹੋਰ ਕੀ ਹੈ? ਇਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਤਰ੍ਹਾਂ ਬਚਨ ਕਰਕੇ ਕਿਹਾ ਹੋਇਆ, ਬਚਨ ਕੀਤੇ ਹੋਏ ਆ ਕਿ ਇਸ ਬਾਰੇ ਤੋਂ ਉਹ ਆਪ ਹੀ ਜਾਣਦਾ, ਹੋਰ ਨਹੀਂ ਕੋਈ ਜਾਣਦਾ, ਤਾਂ ਹੀ ਇਹਨੂੰ ਅਨਾਦਿ ਕਹਿੰਦੇ ਹੈ। ਹੋਰ ਕੋਈ ਕਾਰਨ ਨਹੀਂ ਇਸ ਨੂੰ ਅਨਾਦਿ ਕਹਿਣ ਦਾ। ਤੇ ਮਾਇਆ ਵੀ ਅਨਾਦਿ, ਬ੍ਰਹਮ ਵੀ ਅਨਾਦਿ। ਫਰਕ ਕੀ ਆ? ਜੋ ਇੱਥੇ ਇਹਨਾਂ ਨੇ ਲਿਖਿਆ ਹੈ, ਫਰਕ ਵੇਖੋ ਕੀ। ਅਨਾਦਿ ਸ਼ੁੱਧ ਬ੍ਰਹਮ ਕੇ ਵਿਸ਼ੇ ਅਨਾਦਿ ਕਲਪਿਤ ਪ੍ਰਕਿਰਤੀ ਹੈ। ਬ੍ਰਹਮ ਵੀ ਅਨਾਦਿ ਤੇ ਪ੍ਰਕਿਰਤੀ ਵੀ ਅਨਾਦਿ, ਪਰ ਹੈ ਜਿਹੜੀ ਪ੍ਰਕਿਰਤੀ ਹੈ ਉਹ ਕੀ? ਕਲਪਿਤ ਹੈ, ਜੋ ਹੈ ਹੀ ਨਹੀਂ ਹੈ। ਰੱਸੀ ਵਿੱਚ ਸੱਪ ਦੀ ਨਹੀਂ, ਸਿੱਪੀ ਵਿੱਚ ਚਾਂਦੀ ਦੀ ਨਹੀਂ, ਜੋ ਕਲਪਿਤ ਰੂਪ ਹੈ। ਮਤਲਬ ਹੈ ਅਨਾਦਿ, ਪਤਾ ਪੁਤਾ ਕੋਈ ਨਹੀਂ ਹੈ ਕਦੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ, ਪਰ ਹੈ ਕਲਪਿਤ ਰੂਪ ਮਾਤਰ। ਕਿਉਂਕਿ ਇੱਥੇ ਸ਼ੁੱਧ ਬ੍ਰਹਮ ਵਿੱਚ ਪ੍ਰਪੰਚ ਦਾ ਰੂਪ ਕਿਸ ਤਰ੍ਹਾਂ ਹੋਇਆ ਉਹ ਆਪਾਂ ਪੜ੍ਹ ਰਹੇ ਨਾ, ਤਾਂ ਕਰਕੇ ਉਹ ਕਹਿ ਰਹੇ हैं, तिस प्रकृति का ब्रह्म के साथ अनादि कल्पित तादाद में संबंध है। कहिए कल्पित भेद सहित वास्तव अभेद रूप संबंध है। इत्थे थोड़ा सूक्ष्म विषय आ भी तिस प्रकृति का ब्रह्म के साथ अनादि कल्पित तदाद में संबंध है। कहिए कल्पित भेद सहित वास्तव अभेद रूप संबंध है। तिस प्रकृति जो कल्प अनादि ते कल्पित प्रकृति है ना, उसका ब्रह्म दे नाल संबंध है। पुछया भी कदों कदों का संबंध है, कहते वो भी अनादि, जो आप भी अनादि है वह संबंध भी अनादि, क्योंकि वह जिदा आदि नहीं पता
ਜਿਹਦੀ ਸ਼ੁਰੂਆਤ ਹੀ ਨਹੀਂ ਪਤਾ, ਫਿਰ ਉਹਦਾ ਸੰਬੰਧ ਵੀ ਕੋਈ ਕੌਣ ਕਦੋਂ ਦੱਸ ਸਕਦਾ ਵੀ ਕਦੋਂ ਹੋਇਆ। ਜਿਸ ਦਾ ਅਨਾਦਿ ਸੰਬੰਧ ਤਦਾਦ ਮੈਂ, ਕਹਿੰਦੇ ਵੀ ਉਹ ਸੰਬੰਧ ਸੱਚਾ, ਕਹਿੰਦੇ ਨਹੀਂ ਉਹ ਵੀ ਕਲਪਿਤ ਹੀ ਹੈ, ਝੂਠਾ ਹੀ ਆ, ਕਹਿਣ ਮਾਤਰ, ਇਹ ਵੀ ਕਲਪਨਾ ਮਾਤਰ। ਤਦਾਦ ਮੈਂ ਸੰਬੰਧ ਕੀ ਹੁੰਦਾ ਹੈ, ਜਿਵੇਂ ਸਾਡੇ ਦੋਨੋਂ ਹੱਥ ਆ ਨਾ, ਦੋਨੋਂ ਹੱਥਾਂ ਨੂੰ ਤੁਸੀਂ ਜੋੜ ਲਓ, ਦੋਨੋਂ ਹੱਥ ਜੋੜ ਲਓ, ਦੋਨੋਂ ਹੱਥ ਜੁੜ ਕੇ ਜੁੜ ਜਾਂਦੇ ਆ, ਉਹ ਵੇਖਣ 'ਚ ਕੀ ਲੱਗਦੇ ਆ, ਵੇਖਣ 'ਚ ਲੱਗਦੇ ਵੀ ਦੋਵੇਂ ਜੁੜ ਗਏ, ਇੱਕ ਹੋ ਗਏ, ਪਰ ਉਹ ਵਾਸਤਵਿਕ ਰੂਪ ਵਿੱਚ ਇੱਕ ਨਹੀਂ ਹੁੰਦੀ, ਉਹ ਵੱਖੋ ਵੱਖਰੇ ਹੁੰਦੇ। ਨਜ਼ਰੀ ਯਾਰ ਵੀ ਇੱਕ ਹੀ ਆ, ਪਰ ਹੈ ਤਾਂ ਉਹਦੇ ਵਿੱਚ ਭੇਦ ਤੇ ਹੈ ਨਾ, ਉਹ ਡਿਫਰੈਂਟ ਹੈ ਤੇ ਹੈ ਨਾ, ਉਹ ਵੱਖੋ ਵੱਖਰਾ ਪ੍ਰਤੀਤੀ ਤਾਂ ਹੁੰਦੀ। ਜੇ ਸਫਟਕ ਮਣੀ ਆ, ਉਹਦੇ ਲਾਗੇ ਜੇ ਨੀਲਾ ਕੱਪੜਾ ਰੱਖ ਦਿਓ, ਨੀਲਾ ਰੰਗ ਧਾਰਨ ਕਰ ਲੈਂਦੀ ਹੈ, ਜੇ ਪੀਲਾ ਰੱਖ ਦਿਓ ਪੀਲਾ, ਜੇ ਹਰਿਆ ਰੱਖ ਦਿਓ ਹਰਿਆ। ਅਤੇ ਕੀ ਉਹ ਉਹੋ ਜਿਹਾ ਰੰਗ ਧਾਰਨ ਕਰਨ ਦੇ ਨਾਲ ਉਸੇ ਤਰ੍ਹਾਂ ਦਾ ਉਹ ਨਜ਼ਰੀ ਆਉਣ ਲੱਗ ਪੈਂਦੀ ਸਫਟਕ ਮਣੀ, ਅਤੇ ਕੀ ਉਹ ਸਫਟਕ ਮਣੀ ਨੀਲੇ ਰੰਗ ਦੀ ਹੋ ਗਈ, ਕਿ ਉਹ ਪੀਲੇ ਕਿ ਹਰੇ ਰੰਗ ਦੀ ਹੋ ਗਈ? ਨਹੀਂ ਨਾ ਹੁੰਦੀ। ਸੰਬੰਧ ਕਰਕੇ ਨਜ਼ਰੀ ਆਉਂਦੀ ਹੈ ਕਿ ਉਹ ਨੀਲੇ ਰੰਗ ਦੀ, ਹਰੀ ਰੰਗ ਦੀ, ਪੀਲੇ ਰੰਗ ਦੀ, ਪਰ ਉਹ ਹੁੰਦੀ ਨਹੀਂ ਹੈ। ਉਹ ਇੱਕ ਵੱਖਰੀ ਰਹਿੰਦੀ ਹੈ, ਮਤਲਬ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈ। ਉਹ ਸੰਬੰਧ ਆਪਾਂ ਵੇਖਾਂਗੇ ਵੀ ਸੰਬੰਧ ਹੋ ਗਿਆ, ਉਹ ਨੀਲੇ ਰੰਗ ਦੀ ਹੋ ਗਈ, ਪਰ ਉਹ ਕਲਪਿਤ ਸੰਬੰਧ ਹੈ, ਕਿਉਂਕਿ ਉਸ ਸਫਟਿਕ ਮਣੀ ਨੂੰ ਉਸ ਕੱਪੜੇ ਦਾ ਕੋਈ ਅਸਰ ਨਹੀਂ ਹੈ, ਉਹਦੇ ਭਰਮ ਕਰਕੇ ਨਜ਼ਰੀ ਆ ਰਹੀ ਹੈ ਨਾ, ਹੈ ਤਾਂ ਨਹੀਂ ਨਾ। ਇਸੇ ਤਰ੍ਹਾਂ ਤਦਾਦਮੇ ਸੰਬੰਧ ਇੱਕ ਹੋਰ ਤਰੀਕਾ ਵੀ ਦੱਸਦੇ ਵਿਦਵਾਨ, ਜਿਵੇਂ ਅਸੀਂ ਬੈਠੇ ਹਾਂ, ਸਾਡੇ ਹੱਥ 'ਤੇ ਰੋਸ਼ਨੀ ਪੈ ਰਹੀ, ਉਹ ਜਿਹੜੀ ਰੋਸ਼ਨੀ ਪੈ ਰਹੀ ਹੈ ਨਾ, ਉਹ ਮੰਨ ਲਓ ਬ੍ਰਹਮ ਹੈ, ਅਤੇ ਹੱਥ ਮਾਨੋ ਮਾਇਆ ਹੈ। ਉਹਦੀ ਰੋਸ਼ਨੀ ਪੈ ਰਹੀ ਹੱਥ ਦੇ, ਕਿ ਉਹਨੂੰ ਆਪਾਂ ਹੱਥ ਨੂੰ ਝੱਸਾਂਗੇ ਅਤੇ ਉਹ ਰੋਸ਼ਨੀ ਮਿਟ ਜੂਗੀ। ਜੇ ਉਹ ਉਸ ਹੱਥ ਉੱਤੇ ਮਾਰਾਂਗੇ ਕੋਈ ਰੁਮਾਲ, ਕੋਈ ਚਪੇੜ, ਕਿ ਰੋਸ਼ਨੀ ਨੂੰ ਮਾਰ ਵੱਜੂਗੀ? ਨਹੀਂ ਵੱਜ ਸਕਦੀ ਨਾ। ਇਸ ਪ੍ਰਕਾਰ ਉਹ ਰੋਸ਼ਨੀ ਦਾ ਵੇਖੋ ਹੱਥ ਦੇ ਨਾਲ ਸੰਬੰਧ ਵੀ ਹੈ, ਉਹ ਕਲਪਿਤ ਸੰਬੰਧ ਹੈ, ਕਿਉਂਕਿ ਰੋਸ਼ਨੀ ਕੋਈ ਫਰਕ ਨਹੀਂ ਪੈਂਦਾ, ਰੋਸ਼ਨੀ ਬਹੁਤ ਦੂਰ ਹੈ, ਵਿੱਚ ਵੜ ਕੇ ਵੀ ਹੱਥ ਦੇ ਉੱਤੇ ਟੱਚ ਕਰਕੇ ਵੀ ਉਹ ਨਿਰਲੇਪ। ਇਸ ਤਰ੍ਹਾਂ ਉਹ ਕਲਪਿਤ ਤਦਾਦਮੇ ਸੰਬੰਧ ਹੈ, ਅਤੇ ਵਾਸਤਵਿਕ ਵਿੱਚ ਉਹ ਭੇਦ ਰੂਪ ਸੰਬੰਧ ਵੀ ਹੈ। ਵਾਸਤਵਿਕ ਵਿੱਚ ਉਹ ਭੇਦ ਰੂਪ ਵੀ ਹੈ, ਕਿਉਂਕਿ ਉਹ ਇਕੱਠੇ ਜੋ ਹੋਏ ਨਾ, ਕੋਈ ਫਰਕ ਨਹੀਂ ਹੈ, ਰੋਸ਼ਨੀ ਹੱਥ ਦੇ ਉੱਪਰ ਹੀ ਹੈ, ਇਕੱਠੇ ਵੀ ਹੈ, ਪਰ ਉਹ ਰੋਸ਼ਨੀ ਅਲੱਗ ਵੀ ਹੈ, ਰੋਸ਼ਨੀ ਕੋਈ ਅਸਰ ਵੀ ਨਹੀਂ ਹੁੰਦਾ, ਪਰ ਉਹ ਰੋਸ਼ਨੀ ਹੱਥ ਦੇ ਉੱਪਰ ਟੱਚ ਵੀ ਹੈ ਪੂਰੀ। ਇਸ ਕਰਕੇ ਤਦਾਦਮੇ ਸੰਬੰਧ ਅਤੇ ਅਨਾਦਿ ਕਲਪਿਤ। ਫਿਰ ਕਹਿੰਦੇ ਕਹੀਏ ਕਲਪਿਤ ਭੇਦ ਸਹਿਤ ਵੀ, ਸੰਬੰਧ ਤਾਂ ਹੈ ਕਲਪਿਤ ਝੂਠਾ, ਪਰ ਭੇਦ ਹੈ, ਭੇਦ ਦੇ ਸਹਿਤ ਹੈ, ਪਰ ਭੇਦ ਹੈ। ਕਿਉਂਕਿ ਉਹ ਹੱਥ ਜਿਹੜਾ ਹੈ, ਜਿਵੇਂ ਸਫਟਿਕ ਮਣੀ ਅਤੇ ਕੱਪੜਾ ਹੈ, ਮਾਨੋ ਉਹ ਸਫਟਿਕ ਮਣੀ ਕੱਪੜਾ ਨਹੀਂ ਹੋ ਜਾਣਾ, ਕੱਪੜੇ ਨੇ ਸਫਟਿਕ ਮਣੀ ਨਹੀਂ ਹੋ ਜਾਣਾ, ਉਹ ਵੱਖਰੇ ਰਹਿੰਦੇ ਹੈ। ਇਸ ਤਰ੍ਹਾਂ ਭੇਦ ਹੈ ਕਿ ਬ੍ਰਹਮ ਮਾਇਆ ਨਹੀਂ ਹੋ ਜਾਊਗਾ, ਅਤੇ ਮਾਇਆ ਬ੍ਰਹਮ ਨਹੀਂ ਹੋ ਜਾਊਗੀ। ਜਿਹੜਾ ਇਸ ਤਰ੍ਹਾਂ ਭੇਦ ਬਣਿਆ ਹੀ ਹੈ, ਵੱਖਰੇ ਹੀ ਹੈ। ਉਹ ਕਲਪਿਤ ਰੂਪ ਦੇਖਣ 'ਚ ਆ ਰਹੇ, ਉਹ ਕਲਪਨਾ ਰੂਪ ਸੰਬੰਧ ਹੈ, ਪਰ ਫਰਕ ਕੋਈ ਨਹੀਂ ਪੈ ਰਿਹਾ। ਇਸੇ ਤਰ੍ਹਾਂ ਪਰ ਅਭੇਦ ਵੀ ਹੈ, ਕਿਉਂਕਿ ਰੱਸੀ ਹੈ ਤਾਂ ਸਭ ਦਾ ਭਰਮ ਹੋਇਆ, ਬ੍ਰਹਮ ਹੈ ਤਾਂ ਮਾਇਆ ਦਾ ਜਿਹੜੀ ਕਲਪਿਤ ਅਨਾਦਿ ਪ੍ਰਕਿਰਤੀ ਜਾਂ ਮਾਇਆ ਹੈ, ਅਤੇ ਉਹਦਾ ਭਰਮ ਹੋਇਆ। ਜੇ ਬ੍ਰਹਮ ਹੈ ਤਾਂ, ਅਤੇ ਇਸ ਕਰਕੇ ਵੇਖੀਏ ਇਸ ਤਰ੍ਹਾਂ ਵੀ ਸੱਪ ਦੇ ਰੱਸੀ ਦਾ, ਜਿਵੇਂ ਸੱਪ ਦੇ ਰੱਸੀ ਦੇ ਹੋਣ ਕਰਕੇ ਸੱਪ ਦਾ ਭਰਮ ਹੋਇਆ, ਇਸ ਤਰ੍ਹਾਂ ਸੱਪ ਦੇ ਰੱਸੀ ਦਾ ਇਸ ਦ੍ਰਿਸ਼ਟੀ ਨਾਲ ਵੇਖੀਏ ਦਾ ਭੇਦ ਹੈ। ਪਰ ਜਦੋਂ ਜੋ ਰੱਸੀ ਵਿੱਚ ਸੱਪ ਕਲਪ ਲਿਆ ਹੈ,
ਜਦੋਂ ਰੋਸ਼ਨੀ ਹੋ ਜਾਊਗੀ, ਮਦ ਅੰਧਕਾਰ ਨਿਵਰਤ ਹੋ ਜਾਊਗਾ, ਪਾਸ ਜਾਣ ਦੀ ਉਸ ਰੱਸੀ ਦਾ ਭਰਮ ਦੂਰ ਹੋ ਜਾਊਗਾ, ਉਸ ਰੱਸੀ ਦਾ ਗਿਆਨ ਹੋ ਜਾਊਗਾ, ਤਾਂ ਉਹ ਜਿਹੜਾ ਹੈ ਸੱਪ ਉਦੋਂ ਹੀ ਖਤਮ। ਪਤਾ ਲੱਗ ਜਾਵੇ ਤਾਂ ਰੱਸੀ ਸੱਪ ਕਿੰਨਾ ਚਿਰ ਹੈ? ਜਿੰਨਾ ਚਿਰ ਰੋਸ਼ਨੀ ਨਹੀਂ। ਜਦੋਂ ਰੋਸ਼ਨੀ ਹੋਈ ਤਾਂ ਸੱਪ ਖਤਮ ਹੋ ਜਾਊਗਾ। ਫਿਰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੇਖ ਕੇ ਵੀ ਆਹ ਵੇਖੋ ਜੀ ਸੱਪ ਆ, ਆਹ ਵੇਖੋ ਜੀ ਰੱਸੀ ਹੈ। ਤੇ ਉਹ ਕਿਹੜਾ ਸੱਪ ਕਿੱਥੇ ਸਮਾ ਜਾਊਗਾ? ਰੱਸੀ ਦੇ ਵਿੱਚ। ਇਸ ਕਰਕੇ ਉਹਦਾ ਵਾਸਤਵਿਕ ਅਭੇਦ ਸੰਬੰਧ ਵੀ ਹੈ। ਠੀਕ ਹੈ, ਕਿਉਂਕਿ ਉਹ ਜੋ ਪ੍ਰਕਿਰਤੀ ਨਜ਼ਰੀ ਆ ਰਹੀ ਹੈ, ਗਿਆਨ ਹੋਣ ਦੇ ਉਹ ਪ੍ਰਕਿਰਤੀ ਕੀ ਆ? ਬ੍ਰਹਮ ਦੇ ਵਿੱਚ ਹੀ ਸਮਾ ਜਾਏਗੀ। ਇਸ ਕਰਕੇ ਅਭੇਦ, ਵਾਸਤਵਿਕ ਅਭੇਦ ਵੀ ਹੈ। ਤੇ ਜਿਹੜਾ ਸੱਪ ਦੇ ਵਿੱਚ ਰੱਸੀ ਕਲਪ ਲੈਣਾ, ਇਹ ਭੇਦ ਵੀ ਹੈ। ਕਿਉਂਕਿ ਉਹ ਜਿਹੜਾ ਰੱਸੀ ਵਿੱਚ ਸੱਪ ਕਲਪਿਆ ਵਾ, ਉਹ ਸੱਪ ਰੱਸੀ ਨਹੀਂ ਹੋ ਜਾਊਗਾ ਤੇ ਰੱਸੀ ਸੱਪ ਨਹੀਂ ਹੋ ਜਾਊਗੀ। ਠੀਕ ਹੈ ਨਾ, ਕਿ ਜਿਵੇਂ ਸਫਟਕ ਮਣੀ ਆ, ਉਹ ਭਾਵੇਂ ਸਫਟਕ ਮਣੀ ਦੇ ਲਾਗੇ ਕੱਪੜਾ ਨੀਲੇ ਰੰਗ ਦਾ ਪਿਆ ਹੈ, ਉਸ ਨੀਲੀ ਪਕੜ ਕੀਤੀ ਹੈ ਸਫਟਕ ਮਣੀ ਨੇ, ਪਰ ਉਹ ਜਿਹੜੀ ਹੈ ਮਣੀ, ਸਫਟਕ ਮਣੀ, ਉਹ ਨੀਲੇ ਰੰਗ ਦੀ ਨਹੀਂ ਹੋ ਜਾਊਗੀ, ਉਹ ਕੱਪੜੇ ਕਰਕੇ ਦਿਸ ਰਹੀ ਹੈ। ਤੇ ਉਹ ਕੱਪੜਾ ਸਫਟਕ ਮਣੀ ਨਹੀਂ ਹੋ ਸਕਦਾ, ਸਫਟਕ ਮਣੀ ਕੱਪੜਾ ਨਹੀਂ ਹੋ ਸਕਦਾ, ਹੈ ਵੱਖਰੇ ਵੱਖਰੇ ਰਹਿਣਗੇ। ਇਸੇ ਤਰ੍ਹਾਂ ਜੋ ਇੱਥੇ ਲਿਖਿਆ ਹੈ कि अनादि शुद्ध ब्रह्म के विषय अनादि कल्पित प्रकृति है। अनादि शुद्ध ब्रह्म ਦੇ ਵਿੱਚ अनादि जो कल्पी हुई प्रकृति है, तिस प्रकृति ਦਾ ब्रह्म के साथ अनादि कल्पित तदाद में संबंध है। तदाद में संबंध, ਜਿਵੇਂ ਕੰਧਾਂ ਦੇ ਉੱਪਰ ਰੋਸ਼ਨੀ ਪੈ ਰਹੀ ਹੈ ਬਲਬ ਦੀ, ਜਾਂ ਸੂਰਜ ਦੀ ਲਾ ਲਓ, ਜਾਂ ਸੂਰਜ ਦੀ ਰੋਸ਼ਨੀ ਸਾਡੇ ਹੱਥਾਂ 'ਤੇ ਪੈ ਰਹੀ ਹੈ, ਇਹ ਇੱਕ ਤਦਾਦ ਮੇਂ ਸੰਬੰਧ ਆ। ਤੇ ਵੇਖ ਲਓ, ਉਹ ਰੋਸ਼ਨੀ ਨੂੰ, ਹੱਥ ਨੂੰ ਕੁਝ ਵੀ ਹੋ ਜਾਏ, ਰੋਸ਼ਨੀ ਨੂੰ ਕੋਈ ਫਰਕ ਨਹੀਂ ਪੈਂਦਾ ਹੈ, ਕੋਈ ਫਰਕ ਨਹੀਂ ਰੋਸ਼ਨੀ ਨੂੰ ਪੈਂਦਾ ਹੈ। ਹੱਥ ਦੇ ਮਾਰੋ, ਰੋਸ਼ਨੀ ਨੂੰ ਕੋਈ ਅਸਰ ਨਹੀਂ, ਹੱਥ ਨੂੰ ਰਗੜੋ, ਰੋਸ਼ਨੀ ਰਗੜੀ ਨਹੀਂ ਜਾਂਦੀ ਹੈ। ਇਸੇ ਤਰ੍ਹਾਂ ਉਹ ਜੇ ਇਕੱਠੇ ਹੋਣ ਫਿਰ ਰੋਸ਼ਨੀ ਫਰਕ ਪੈ ਸਕਦਾ। ਇਸ ਕਰਕੇ ਭੇਦ, ਰੋਸ਼ਨੀ ਅਲੱਗ ਹੈ ਤੇ ਹੱਥ ਅਲੱਗ ਹੈ। ਇਸ ਕਰਕੇ ਇਹ ਸੰਬੰਧ ਤਾਂ ਹੈ ਤਦਾਦਮय ਸੰਬੰਧ। ਅਨਾਦਿ ਵੀ ਕਲਪਿਆ ਹੋਇਆ ਝੂਠਾ ਹੈ, ਪਰ ਕਲਪਿਤ ਭੇਦ ਸਹਿਤ ਹੈ, ਕਲਪਿਆ ਹੋਇਆ ਹੈ, ਭੇਦ ਸਹਿਤ ਹੈ, ਵੱਖੋ ਵੱਖਰਾ ਹੈ। ਰੋਸ਼ਨੀ ਵੱਖਰੀ ਹੈ ਤਾਂ ਉਹਨੂੰ ਅਸਰ ਨਹੀਂ ਹੁੰਦਾ ਹੈ, ਤੇ ਹੱਥ ਵੱਖਰਾ ਤਾਂ ਉਸਨੂੰ ਅਸਰ ਨਹੀਂ ਹੁੰਦਾ ਹੈ। ਇਸੇ ਤਰ੍ਹਾਂ ਬ੍ਰਹਮ ਮਾਇਆ ਨਹੀਂ ਹੋ ਜਾਊਗਾ ਤੇ ਮਾਇਆ ਬ੍ਰਹਮ ਨਹੀਂ ਹੋ ਜਾਊਗਾ। ਮਾਇਆ ਅਲੱਗ ਹੈ ਤੇ ਬ੍ਰਹਮ ਅਲੱਗ ਹੈ। ਇਹ ਹੋ ਗਿਆ। ਤੇ ਵਾਸਤਵਿਕ ਅਭੇਦ ਉਹ ਕਿਵੇਂ ਆ ਕਿ ਜਿਵੇਂ ਉਹ ਹੱਥ ਹੈ ਤੇ ਰੋਸ਼ਨੀ ਵੀ ਹੈ। ਠੀਕ ਹੈ ਨਾ ਜੀ। ਤੇ ਜਿਵੇਂ ਵੀ ਸੱਪ ਦਾ ਰੱਸੀ ਨਾਲ ਕਲਪਿਤ ਭੇਦ ਹੈ, ਕਲਪਿਆ ਹੋਇਆ ਭੇਦ ਹੀ ਹੈ ਵੀ ਸੱਪ ਵਿੱਚ, ਇਹ ਰੱਸੀ ਵਿੱਚ ਸੱਪ ਜਿਹੜਾ ਕਲਪ ਲਿਆ ਵੀ ਸੱਪ ਹੈ ਪਰ ਹੈ ਨਹੀਂ। ਤੇ ਵਾਸਤਵਿਕ ਭੇਦ ਕੀ ਹੈ? ਰੱਸੀ ਹੈ, ਰੱਸੀ ਹੈ ਤੇ ਤਾਂ ਹੀ ਸਭ ਦਾ ਭਰਮ ਪਿਆ। ਬ੍ਰਹਮ ਹੈ ਤਾਂ ਹੀ ਮਾਇਆ ਦਾ, ਅਨਾਦਿ ਜਿਹੜੀ ਮਾਇਆ ਹੈ ਪ੍ਰਕਿਰਤੀ, ਉਹਦਾ ਭਰਮ ਪਿਆ। ਤੇ ਜਦੋਂ ਜਿਵੇਂ ਰੋਸ਼ਨੀ ਹੋਣ ਤੇ ਸੱਪ ਦੀ ਨਿਵਰਤੀ ਹੋ ਜਾਂਦੀ ਹੈ ਤੇ ਰੱਸੀ ਹੀ ਰਹਿ ਜਾਂਦੀ ਹੈ, ਉਹ ਸੱਪ ਰੱਸੀ ਵਿੱਚ ਸਮਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਉਹ ਮਾਇਆ ਵੀ ਜੋ ਕਲਪਤ ਰੂਪ ਅਨਾਦਿ ਹੈ ਉਸੇ ਵਿੱਚ ਸਮਾ ਜਾਂਦੀ ਹੈ। ਇਸ ਤਰ੍ਹਾਂ ਵਾਸਤਵਿਕ ਅਭੇਦ ਵੀ ਹੈ। ਮਤਲਬ ਸੱਪ ਦਾ ਭਰਮ ਹੋਇਆ ਕਾਹਦੇ ਕਰਕੇ? ਜੇ ਰੱਸੀ ਹੈ ਤੇ ਸੱਪ ਕਿਉਂ ਹੈ? ਰੱਸੀ ਕਰਕੇ ਹੈ। ਜਿਸ ਰੱਸੀ ਹੈ ਤਾਂ ਸੱਪ ਦਾ ਭਰਮ ਹੋਇਆ। ਇਸ ਦ੍ਰਿਸ਼ਟੀ ਨਾਲ ਅਭੇਦ ਹੈ। ਤੇ ਸੱਪ ਦੀ ਜਦੋਂ ਰੋਸ਼ਨੀ ਹੋਈ ਸੱਪ ਦੀ ਨਿਵਰਤੀ ਹੋ ਜਾਂਦੀ ਹੈ, ਇਸ ਕਰਕੇ ਭੇਦ ਵੀ ਹੈ। ਠੀਕ ਹੈ। ਠੀਕ ਹੈ ਜੀ। ਧੰਨਵਾਦ।
ਇਸੇ ਤਰ੍ਹਾਂ ਮਾਇਆ ਕਦੋਂ ਤੱਕ ਹੈ? ਜਦੋਂ ਤੱਕ ਬ੍ਰਹਮ ਨਜ਼ਰ ਹੀ ਨਹੀਂ ਆਉਂਦਾ। ਜਦੋਂ ਬ੍ਰਹਮ ਦਾ ਗਿਆਨ ਹੋ ਗਿਆ ਉਦੋਂ ਮਾਇਆ ਵੀ ਖਤਮ, ਪ੍ਰਕਿਰਤੀ ਵੀ ਖਤਮ, ਸਭ ਭੇਦ ਵੀ ਖਤਮ, ਭਰਮ ਵੀ ਖਤਮ, ਸੰਸ਼ੇ ਖਤਮ। ਇਸੇ ਕਰਕੇ ਮਾਇਆ ਦਾ ਤੇ ਬ੍ਰਹਮ ਦਾ ਭੇਦ ਵੀ ਹੈ, ਤੇ ਮਾਇਆ ਦਾ ਤੇ ਬ੍ਰਹਮ ਦਾ ਅਭੇਦ ਵੀ ਹੈ। ਤੇ ਹੈ ਕੀ ਉਂਝ? ਜਿਹੜਾ ਅਨਾਦਿ ਕਲਪਿਤ ਤੇ ਤਦਾਤਮਕ ਸੰਬੰਧ ਹੈ। ਸਭ ਕੀ ਹੈ? ਕਲਪਿਤ, ਕਲਪਿਆ ਹੋਇਆ ਹੈ ਨਹੀਂ ਹੈ। ਕਲਪਨ ਦੀ ਕਲਪਿਤ ਕਿਹਨੂੰ ਕਹਿੰਦੇ? ਦੱਸਿਆ ਨਾ ਕਿ ਜੋ ਹੈ ਨਹੀਂ ਹੈ ਤੇ ਸੁਪਨੇ ਦੇ ਪਦਾਰਥ ਦੇ ਨਹੀਂ ਭਰਮ ਕਰਕੇ ਪ੍ਰਤੀਤ ਹੋਵੇ, ਉਹ ਕਲਪਿਤ ਹੈ। ਜਿਵੇਂ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ ਹੈ ਨਹੀਂ ਹੈ, ਕਲਪਿਆ ਹੋਇਆ ਸੰਬੰਧ ਹੈ। ਉਂਝ ਕੋਈ ਸੰਬੰਧ ਨਹੀਂ ਹੈ ਬ੍ਰਹਮ ਦਾ, ਉਹਦੇ ਸ਼ੁੱਧ ਚੇਤਨ ਬ੍ਰਹਮ ਅਲੱਗ ਹੀ ਅਲੱਗ ਹੈ। ਉਹ ਤੇ ਬ੍ਰਹਮ ਦੇ ਕਰਕੇ ਹੀ ਆ ਜੋ ਦਿਖ ਰਿਹਾ ਸਭ ਨਜ਼ਰੀ ਆ ਰਿਹਾ ਹੈ। ਇਸੇ ਕਰਕੇ ਮਾਇਆ ਦਾ ਭਰਮ ਪੈਂਦਾ ਹੈ ਨਾ, ਪ੍ਰਕਿਰਤੀ ਦਾ ਭਰਮ ਪੈਂਦਾ ਹੈ। ਪਰ ਜੇ ਬ੍ਰਹਮ ਹੈ ਤਾਂ ਹੀ ਇਹ ਸਭ ਹੋ ਰਿਹਾ ਹੈ। ਜੇ ਬ੍ਰਹਮ ਨਾ ਹੁੰਦਾ ਤੇ ਦ੍ਰਿਸ਼ਟੀ ਵੀ ਨਾ ਨਜ਼ਰ ਆਉਂਦੀ। ਤੇ ਹੋਰ ਵੀ ਸਮਝਣ ਵਾਲੀ ਗੱਲ ਆ ਵੀ ਕਲਪਿਤ ਸੰਬੰਧ ਕਿਉਂ ਗਿਆ। ਹੁਣ ਜੇ ਦੋਵੇਂ ਕਲਪਿਤ ਹੀ ਹੋਣ ਤੇ ਫਿਰ ਸੰਬੰਧ ਦਾ ਕੋਈ ਮਤਲਬ ਹੀ ਨਹੀਂ ਹੈ। ਤਦਾਤਮਕ ਸੰਬੰਧ ਹੋ ਹੀ ਨਹੀਂ ਸਕਦਾ। ਨਾ ਸੰਬੰਧ ਕਲਪਿਤ ਨਾ ਕਲਪਿਤ ਕਿਵੇਂ ਸੰਬੰਧ ਹੋਊਗਾ? ਕਲਪਿਤ ਸੰਬੰਧ ਉਦੋਂ ਕਿਆ ਹੁੰਦਾ ਵਾ ਜਦੋਂ ਇੱਕ ਕਲਪਿਤ ਹੋਵੇ। ਉਹ ਹੁਣ ਕਲਪਿਤ ਕੀ ਆ? ਪ੍ਰਕਿਰਤੀ ਆ, ਕਿਉਂਕਿ ਬ੍ਰਹਮ ਸੱਤ ਹੈ ਤੇ ਜਿਹੜੀ ਪ੍ਰਕਿਰਤੀ ਉਹ ਕਲਪਿਤ ਆ। ਤੇ ਕਲਪਿਤ ਦਾ ਸੱਤ ਦੇ ਨਾਲ ਸੰਬੰਧ ਕਿਵੇਂ ਹੋ ਸਕਦਾ? ਉਹ ਹੋ ਹੀ ਨਹੀਂ ਸਕਦਾ, ਹੈ ਨਾ। ਉਹ ਹੋ ਨਹੀਂ ਸਕਦਾ ਨਾ। ਜੋ ਝੂਠਾ ਹੈ, ਜੋ ਹੈ ਹੀ ਨਹੀਂ ਹੈ, ਉਹਦਾ ਹੈ ਰੂਪ ਵਾਲੇ ਨਾਲ ਕਿਵੇਂ ਸੰਬੰਧ ਹੋ ਸਕਦਾ? ਇਸੇ ਕਰਕੇ ਇਹਨੂੰ ਕਲਪਿਤ ਸੰਬੰਧ ਕਿਹਾ। ਜੋ ਕਲਪਿਤ ਹੈ ਨਾ, ਝੂਠਾ ਹੈ, ਆਰੋਪਿਤ ਹੈ, ਜੋ ਐਵੇਂ ਆਰੋਪਿਆ ਹੋਇਆ ਹੈ ਤੇ ਉਹਦਾ ਸੱਚ ਨਾਲ ਕੋਈ ਮੈਚ ਨਹੀਂ ਹੈ, ਮੇਲ ਨਹੀਂ ਹੈ। ਜਦੋਂ ਪ੍ਰਕਿਰਤੀ ਹੈ ਹੀ ਕਲਪਿਤ, ਹੈ ਹੀ ਨਹੀਂ ਹੈ, ਫਿਰ ਉਹਦਾ ਜੋ ਹੈ ਰੂਪ ਬ੍ਰਹਮ ਹੈ ਉਹਦੇ ਨਾਲ ਕਿਵੇਂ ਸੰਬੰਧ ਹੋ ਸਕਦਾ? ਤਾਂ ਕਰਕੇ ਇੱਥੇ ਕਲਪਿਤ ਕਿਹਾ। ਅਨਾਦਿ ਵੀ ਕਿਉਂ ਕਿਹਾ ਗਿਆ ਵਾ? ਕਿਉਂਕਿ ਜਿਹਦਾ ਪਤਾ ਹੀ ਕੋਈ ਨਹੀਂ ਹੈ ਕਦੋਂ ਤੋਂ ਸ਼ੁਰੂਆਤ ਹੋਈ ਆ, ਕਦੋਂ ਦਾ ਨਹੀਂ ਹੋਈ, ਇਸ ਕਰਕੇ ਉਹਨੂੰ ਅਨਾਦਿ ਵੀ ਕਿਹਾ ਗਿਆ ਹੈ। ਸੋ ਸਾਡਾ ਇੱਥੇ ਵਿਸ਼ਾ ਕੀ ਚੱਲ ਰਿਹਾ ਕਿ ਸ਼ੁੱਧ ਬ੍ਰਹਮ ਵਿੱਚ ਪ੍ਰਪੰਚ ਦਾ ਰੂਪ ਕਿਸ ਤਰ੍ਹਾਂ ਹੋਇਆ। ਠੀਕ ਹੈ ਨਾ। ਇਹ ਸਾਡਾ ਵਿਸ਼ਾ ਚੱਲਣ ਡਿਆ ਕਿ ਪ੍ਰਪੰਚ ਦਾ ਰੂਪ ਕਿਸ ਤਰ੍ਹਾਂ ਹੋਇਆ ਵਸਤੂ ਰੂਪ ਬ੍ਰਹਮ ਵਿੱਚ, ਤੇ ਅਪਵਾਦ ਰੂਪ ਨਾਲ ਬ੍ਰਹਮ ਚੇਤਨ ਬਾਕੀ ਕਿਸ ਤਰ੍ਹਾਂ ਬਚਦਾ ਹੈ। ਉਹ ਇੱਥੇ ਆਪਣਾ ਵਿਸ਼ਾ ਚੱਲਣ ਡਿਆ। ਕਿਉਂਕਿ ਸਧਾਰਨ ਰੂਪ ਦੇ ਵਿੱਚ ਸਾਰੇ ਅੰਦਰ ਇਹ ਸਵਾਲ ਉੱਠਦਾ ਕਿ ਵੇਖੋ ਜੀ, ਸਾਰਾ ਵਿਦਾਂਤ ਸ਼ਾਸਤਰ ਦੇ ਕਹਿੰਦਾ ਕਿ ਬ੍ਰਹਮ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਤਾਂ ਫਿਰ ਆਹ ਜਿਹੜਾ ਦਿਖਾਈ ਦੇ ਰਿਹਾ, ਦਿਖਾਈ ਦੇਣ ਵਾਲਾ ਪ੍ਰਪੰਚ ਹੈ, ਇਹ ਕੀ ਹੈ? ਦਵੈਤ ਕੀ ਹੈ? ਤੂੰ ਮੈਂ ਕਿਸ ਤਰ੍ਹਾਂ ਹੈ? ਇਹ ਸਭ ਕਿਉਂ ਹੈ? ਤਾਂ ਗੁਰੂ ਕਹਿੰਦੇ ਕਿ ਸ਼ਿਸ਼ ਸਿੱਖ ਅਸਲ ਵਿੱਚ ਇਹ ਤਾਂ ਹੈ ਹੀ ਨਹੀਂ। ਕਿਉਂਕਿ ਗੁਰੂ ਮਹਾਰਾਜ ਕਹਿੰਦੇ ਜਗ ਰਚਨਾ ਸਭ ਝੂਠ ਹੈ ਜਾਣ ਰਹੇ ਹੋ ਰੇ ਮੀਤ। ਇਹ ਤਾਂ ਕੁਝ ਹੈ ਹੀ ਨਹੀਂ, ਇਹ ਤਾਂ ਆਰੋਪਿਆ ਹੋਇਆ। ਇਹ ਕਿਸ ਤਰ੍ਹਾਂ ਆਰੋਪਿਆ ਹੋਇਆ? ਇੱਥੇ ਆਪਣੀ ਚਰਚਾ ਜਿਹੜੀ ਆ ਉਹ ਚੱਲ ਰਹੀ ਹੈ। ਕੀ ਲਿਖਿਆ ਇਹਨਾਂ ਨੇ ਕਿ ਅਨਾਦਿ ਸ਼ੁੱਧ ਬ੍ਰਹਮ ਕੇ ਵਿਸ਼ੇ ਅਨਾਦਿ ਕਲਪਿਤ ਪ੍ਰਕਿਰਤੀ ਹੈ। ਅਨਾਦਿ ਸ਼ੁੱਧ ਬ੍ਰਹਮ ਜਿਹਦਾ ਜਨਮ ਹੀ ਨਹੀਂ ਹੋਇਆ, ਜਿਹਦੀ ਸ਼ੁਰੂਆਤ ਹੀ ਕੋਈ ਨਹੀਂ ਹੋਈ, ਜੋ ਸਭ ਦਾ ਆਦਿ ਹੈ ਤੇ ਆਪ ਅਨਾਦਿ, ਉਸ ਸ਼ੁੱਧ ਬ੍ਰਹਮ ਦੇ ਵਿੱਚ ਕਲਪਿਤ ਪ੍ਰਕਿਰਤੀ ਕਲਪਿਤ ਕੀਤੀ ਗਈ ਹੈ, ਪ੍ਰਕਿਰਤੀ ਮੰਨੀ ਗਈ ਹੈ ਕਲਪਿਤ ਮਾਤਰ, ਜੋ ਉਹ ਵੀ ਅਨਾਦਿ ਹੈ। ਮਤਲਬ ਕਲਪਨਾ ਕੀਤੀ ਹੋਈ ਹੈ, ਪ੍ਰਕਿਰਤੀ ਹੈ ਨਹੀਂ, ਜੋ ਕਲਪਨਾ ਕੀਤੀ ਹੋਈ ਆ ਤੇ ਪ੍ਰਕਿਰਤੀ ਕਰਕੇ ਨਾਮ ਦਿੱਤਾ ਹੈ, ਉਹ ਵੀ ਅਨਾਦਿ ਮੰਨੀ ਹੈ। ਉਸ ਕਲਪਿਤ ਪ੍ਰਕਿਰਤੀ ਦਾ ਬ੍ਰਹਮ ਕੇ ਸਾਥ ਅਨਾਦਿ ਕਲਪਿਤ ਤਦਾਤਮਕ ਸੰਬੰਧ ਹੈ। ਅਨਾਦਿ ਕਿਉਂ ਗਿਆ? ਕਿਉਂਕਿ ਅਨਾਦਿ ਹੈ ਉਹ। ਜਦੋਂ ਉਹ ਹੀ ਜਿਹਦਾ ਕੋਈ ਆਦਿ ਦਾ ਪਤਾ ਨਹੀਂ ਹੈ, ਫਿਰ ਉਹਦਾ ਸੰਬੰਧ ਵੀ ਤੇ ਆਦਿ ਤੋਂ ਰਹਿਤ ਹੀ ਹੋਊਗਾ ਨਾ। ਤੇ ਕਲਪਿਤ ਕਿਉਂਕਿ ਉਹ ਕਲਪਿਤ ਹੀ ਹੈ, ਤੇ ਕਲਪਿਤ ਦਾ ਸੰਬੰਧ
ਕਲਪਿਤ ਹੀ ਹੋ ਸਕਦਾ ਹੈ, ਸੱਤ ਨਹੀਂ ਹੋ ਸਕਦਾ। ਤਦਾਤਮੈ ਸੰਬੰਧ ਕੀ ਆ? ਜਿਵੇਂ ਦੋ ਹੱਥ ਆ, ਇੱਕ ਹੱਥ ਉੱਪਰ ਦੀ ਚੁੱਕ ਲਓ, ਇੱਕ ਥੱਲੇ ਹੇਠਾਂ ਹੱਥ ਹੈ। ਜੋ ਉੱਪਰਲੇ ਹੱਥ ਦਾ ਥੱਲੇ ਹੱਥ ਦੇ ਨਾਲ, ਜੋ ਉੱਪਰਲਾ ਹੱਥ ਹੈ ਉਹਦਾ ਜੋ ਪਰਛਾਵਾਂ ਥੱਲੜੇ ਹੇਠਾਂ ਵਾਲੇ ਹੱਥ 'ਤੇ ਪੈ ਰਿਹਾ ਨਾ, ਇਹ ਤਦਾਤਮੈ ਸੰਬੰਧ ਹੈ। ਇਵੇਂ ਸਮਝ ਲਓ ਵੀ ਜਿਵੇਂ ਬਹੁਤ ਗੈਪ ਪਾ ਕੇ ਹੇਠਾਂ ਵਾਲੀ ਮਾਇਆ ਹੈ, ਉੱਪਰ ਜੋ ਉੱਪਰਲਾ ਹੱਥ ਬ੍ਰਹਮ ਹੈ। ਹੁਣ ਉਹ ਸੰਬੰਧ ਇੱਕ ਹੋਇਆ ਤਾਂ ਹੈ ਨਹੀਂ, ਕਿਉਂਕਿ ਬਹੁਤ ਫਰਕ ਹੈ ਉਹਨਾਂ ਵਿੱਚ, ਬੜਾ ਦੂਰੀ ਦਾ ਫਰਕ ਹੈ। ਪਰ ਉਹ ਪਰਛਾਵਾਂ ਪੈਣ ਦੇ ਮਾਤਰ ਜੋ ਸੰਬੰਧ ਹੋਇਆ, ਜੇ ਤੋਂ ਪ੍ਰਸੂਤਾ ਹੋਈ ਹੈ ਮਾਇਆ, ਏਕਾ ਮਾਈ ਜੁਗਤ ਵੇ ਤਿੰਨ ਚੇਲੇ ਪਰਵਾਨ। ਠੀਕ ਹੈ ਨਾ, ਜਦੋਂ ਤਿੰਨ ਗੁਣਾਂ ਦੀ ਉਤਪਤੀ, ਫਿਰ ਤਿੰਨ ਦੇਵਤਿਆਂ ਦੀ, ਫਿਰ ਸ੍ਰਿਸ਼ਟੀ ਦੀ ਉਤਪਤੀ। ਮਹਾਰਾਜ ਜੀ ਨੇ ਜਿਵੇਂ ਬਚਨ ਲਿਖੇ, ਇਹ ਤਦਾਤਮੈ ਸੰਬੰਧ ਹੈ। ਮਤਲਬ ਦੋ ਹੱਥਾਂ ਨੂੰ, ਇੱਕ ਹੱਥ ਉੱਪਰ ਵਾਲਾ, ਇੱਕ ਹੇਠਾਂ ਵਾਲਾ, ਅਤੇ ਬਹੁਤ ਉਹਨਾਂ 'ਚ ਗੈਪ ਹੋਵੇ, ਪਰ ਜੋ ਉੱਪਰਲੇ ਹੱਥ ਦਾ ਹੇਠਾਂ ਵਾਲੇ ਹੱਥ 'ਤੇ ਪਰਛਾਵਾਂ ਪੈ ਰਿਹਾ ਨਾ, ਉਹ ਜੋ ਪਰਛਾਵਾਂ ਟੱਚ ਕਰ ਰਿਹਾ ਹੇਠਾਂ ਵਾਲੇ ਹੱਥ ਨੂੰ, ਉਹ ਤਦਾਤਮੈ ਸੰਬੰਧ ਹੈ। ਮਤਲਬ ਹੋਇਆ ਨਹੀਂ ਅਤੇ ਉਹਨੂੰ ਸੰਬੰਧ ਕਹਿ ਲਈਦਾ, ਪਰ ਉਹ ਕਲਪਿਆ ਸੰਬੰਧ, ਕਿਉਂਕਿ ਜਦੋਂ ਉੱਪਰਲਾ ਹੱਥ ਹੇਠਾਂ ਵਾਲੇ ਜੁੜਿਆ ਹੀ ਨਹੀਂ। ਇਸੇ ਤਰ੍ਹਾਂ ਬ੍ਰਹਮ ਅਤੇ ਮਾਇਆ ਦੇ ਨਾਲ ਜੁੜਿਆ ਹੀ ਨਹੀਂ, ਬਸ ਕਲਪਿਆ ਹੋਇਆ ਸੰਬੰਧ ਹੈ। ਜੇ ਦੋਵੇਂ ਹੱਥ ਜੁੜੇ ਵੀ ਹੋਣ, ਪਰ ਹੱਥਾਂ 'ਚ ਫਰਕ ਤਾਂ ਹੁੰਦਾ ਹੀ ਹੈ ਨਾ, ਦੋਵੇਂ ਹੱਥ ਦੇ ਵੱਖਰੇ ਵੱਖਰੇ ਰਹਿਣੇ। ਮਤਲਬ ਜੋ ਇੱਕ ਹੋ ਕੇ ਵੀ ਇੱਕ ਨਹੀਂ ਹੈ, ਜੇ ਜੁੜ ਕੇ ਵੀ ਜੁੜਿਆ ਨਹੀਂ ਹੈ, ਉਹ ਤਦਾਤਮੈ ਸੰਬੰਧ ਹੈ। ਅਤੇ ਉਹਦਾ ਅੱਗੇ ਉਹਨਾਂ ਹੋਰ ਖੋਲ੍ਹ ਕੇ ਲਿਖਿਆ ਕਿ ਅਨਾਦਿ ਕਲਪਿਤ ਤਦਾਤਮੈ ਸੰਬੰਧ ਹੈ, ਕਹੀਏ ਕਲਪਿਤ ਭੇਦ ਸਹਿਤ, ਵਾਸਤਵ ਅਭੇਦ ਰੂ ਸੰਬੰਧ ਹੈ। ਮਤਲਬ ਉਹਨੂੰ ਖੋਲ੍ਹਿਆ ਵਾ, ਜੋ ਤਦਾਤਮੈ ਸੰਬੰਧ ਕਿਹਾ, ਉਹਨੂੰ ਖੋਲ੍ਹ ਕੇ ਅੱਗੇ ਲਿਖਿਆ ਵੀ ਕਲਪਿਤ ਭੇਦ ਸਹਿਤ, ਵਾਸਤਵ ਅਭੇਦ ਰੂਪ ਸੰਬੰਧ ਹੈ। ਹੁਣ ਕਲਪਿਤ ਭੇਦ ਕਿਹਨੂੰ ਕਹਿੰਦੇ ਹੈ? ਹੁਣ ਕਲਪਿਤ ਭੇਦ ਸੰਬੰਧ ਨੂੰ ਥੋੜ੍ਹਾ ਸਮਝਣਾ। ਦੇਖੋ, ਦੋ ਵਸਤੂਆਂ ਵਿੱਚ ਕਲਪਿਤ ਭੇਦ ਸੰਬੰਧ ਉਦੋਂ ਹੁੰਦਾ ਵਾ ਜਦੋਂ ਇੱਕ ਵਸਤੂ ਕਲਪਿਤ ਹੋਵੇ। ਠੀਕ ਹੈ, ਹੁਣ ਜੇ ਦੋਵੇਂ ਹੀ ਕਲਪਿਤ ਹੋਣ ਤਾਂ ਫਿਰ ਕਲਪਿਤ ਭੇਦ ਸੰਬੰਧ ਹੋ ਹੀ ਨਹੀਂ ਸਕਦਾ, ਕਿਉਂ? ਕਲਪੇ ਹੋਏ 'ਚ ਕਲਪਿਆ ਸੰਬੰਧ ਕਿਵੇਂ ਹੋ ਸਕਦਾ? ਝੂਠ 'ਚ ਝੂਠ ਦਾ ਸੰਬੰਧ ਕਿਵੇਂ ਹੋ ਸਕਦਾ? ਮਤਲਬ ਜੋ ਹੈ, ਇੱਥੇ ਝੂਠ ਦਾ ਅਰਥ ਇਹ ਲੈਣਾ ਵੀ ਜੋ ਹੈ ਹੀ ਨਹੀਂ ਆ, ਅਤੇ ਉਹਦਾ ਜੋ ਹੈ ਹੀ ਨਹੀਂ ਉਹਦੇ ਨਾਲ ਕਿਵੇਂ ਸੰਬੰਧ ਹੋ ਸਕਦਾ? ਜੋ ਹੈ ਨਹੀਂ ਆ, ਉਹਦਾ ਜੋ ਹੈ ਉਹਦੇ ਨਾਲ ਸੰਬੰਧ ਹੋ ਸਕਦਾ। ਹੁਣ ਪ੍ਰਕਿਰਤੀ ਕੀ ਹੈ? ਕਲਪਿਤ ਰੂਪ। ਬ੍ਰਹਮ ਕੀ ਹੈ? ਸਤ ਰੂਪ। ਅਤੇ ਇਸ ਕਰਕੇ ਬ੍ਰਹਮ ਜੋ ਸਤ ਹੈ, ਉਹਦੇ ਨਾਲ ਪ੍ਰਕਿਰਤੀ ਜੋ ਕਲਪਿਤ ਹੈ ਉਹਦਾ ਸੰਬੰਧ ਹੋਇਆ। ਇਸ ਕਰਕੇ ਕਲਪਿਤ ਭੇਦ ਇਹਨੂੰ ਕਹਿੰਦੇ ਹੈ। ਬ੍ਰਹਮ ਸਤ, ਪ੍ਰਕਿਰਤੀ ਕਲਪਿਤ। ਇਸ ਕਰਕੇ ਪ੍ਰਕਿਰਤੀ ਦਾ ਅਤੇ ਬ੍ਰਹਮ ਦਾ ਜਿਹੜਾ ਹੈ ਕਲਪਿਤ ਭੇਦ ਸੰਬੰਧ ਕਿਹਾ ਹੈ। ਠੀਕ ਹੈ ਨਾ, ਆ ਗਈ ਸਮਝ ਨਾ, ਕਿ ਜਦੋਂ ਦੋ ਵਸਤੂਆਂ ਵਿੱਚ ਇੱਕ ਕਲਪਿਤ ਹੋਵੇ ਉਸਨੂੰ ਕਲਪਿਤ ਭੇਦ ਸੰਬੰਧ ਕਹਿੰਦੇ ਆ। ਕਿਉਂਕਿ ਪ੍ਰਕਿਰਤੀ ਕਲਪਿਤ ਹੈ, ਮਤਲਬ ਜੋ ਹੈ ਹੀ ਨਹੀਂ ਹੈ, ਕਲਪੀ ਹੋਈ ਹੈ, ਝੂਠ ਮਾਤਰ ਹੈ, ਕਹਿਣ ਮਾਤਰ ਹੈ, ਕਲਪਨਾ ਮਾਤਰ ਹੈ। ਅਤੇ ਉਹਦਾ ਇੱਕ ਹੈ ਬ੍ਰਹਮ ਸਤ। ਇਸ ਕਰਕੇ ਜਦੋਂ ਦੋ ਵਸਤੂਆਂ ਵਿੱਚ ਇੱਕ ਕਲਪਿਤ ਹੋਵੇ ਉਸ ਨੂੰ ਕਲਪਿਤ ਭੇਦ ਸੰਬੰਧ ਕਹਿੰਦੇ ਹੈ। ਅਤੇ ਦੂਸਰਾ ਹੈ ਵਾਸਤਵ ਅਭੇਦ ਸੰਬੰਧ। ਉਹ ਕੀ ਆ ਕਿ ਦੋ ਵਸਤੂਆਂ ਵਿੱਚ ਵਾਸਤਵ ਅਭੇਦ ਸੰਬੰਧ ਤਦੋਂ ਹੁੰਦਾ ਹੈ ਜਦੋਂ ਦੋਨਾਂ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ, ਉਸ ਨੂੰ ਅਸੀਂ ਵਾਸਤਵ ਅਭੇਦ ਕਹਿੰਦੇ ਹਾਂ। ਕਿਉਂਕਿ ਪ੍ਰਕਿਰਤੀ ਜਿਹੜੀ ਆ ਉਹ ਹੈ ਹੀ ਨਹੀਂ, ਅਸੀਂ ਤਾਂ ਉਸ ਦੀ ਕਲਪਨਾ ਕੀਤੀ ਬਸ। ਇਸ ਲਈ ਕਲਪਿਤ ਅਭੇਦ ਸੰਬੰਧ ਹੈ ਅਤੇ ਵਾਸਤਵ ਅਭੇਦ ਸੰਬੰਧ ਹੈ। ਕਲਪਿਤ ਭੇਦ ਅਤੇ ਵਾਸਤਵ ਅਭੇਦ ਸੰਬੰਧ ਹੈ, ਕਿਉਂਕਿ ਅਲੱਗ ਹੈ ਹੀ ਨਹੀਂ। ਪ੍ਰਕਿਰਤੀ ਅਲੱਗ ਹੈ ਹੀ ਨਹੀਂ, ਮਤਲਬ ਹੈ ਹੀ ਨਹੀਂ, ਪ੍ਰਕਿਰਤੀ ਤੋਂ ਹੈ ਹੀ ਨਹੀਂ, ਅਤੇ ਨਾ ਉਸਨੂੰ ਅਲੱਗ ਕਰ ਹੀ ਸਕਦੇ।
ਉਹ ਕਿਉਂਕਿ ਉਹਦਾ ਅਸਤਿਤਵ ਹੈ ਹੀ ਨਹੀਂ ਪ੍ਰਕਿਰਤੀ ਦਾ, ਉਹਦਾ ਹੋਣਾ ਹੈ ਹੀ ਨਹੀਂ। ਠੀਕ ਹੈ ਨਾ, ਪ੍ਰਕਿਰਤੀ ਦਾ ਹੋਣਾ ਹੈ ਹੀ ਨਹੀਂ। ਤੇ ਜਿਸ ਦਾ ਹੋਣਾ ਹੈ ਹੀ ਨਹੀਂ ਹੈ, ਤੇ ਉਹਦਾ ਇਸੇ ਕਰਕੇ ਵਾਸਤਵਿਕ ਅਭੇਦ ਆਪਾਂ ਕਹਿੰਦੇ ਆ। ਠੀਕ ਹੈ ਨਾ, ਵਾਸਤਵਿਕ ਅਭੇਦ ਰੂਪ ਸੰਬੰਧ, ਕਲਪਿਤ ਭੇਦ ਸਹਿਤ ਤੇ ਵਾਸਤਵ ਅਭੇਦ ਰੂਪ ਸੰਬੰਧ। ਕਿਉਂਕਿ ਪ੍ਰਕਿਰਤੀ ਅਲੱਗ ਹੈ ਹੀ ਨਹੀਂ, ਕਿਉਂਕਿ ਉਹਨੂੰ ਅਲੱਗ ਕਰ ਹੀ ਨਹੀਂ ਸਕਦੇ, ਉਸਦਾ ਅਸਤਿਤਵ ਹੀ ਨਹੀਂ, ਹੋਣਾ ਹੈ ਹੀ ਨਹੀਂ, ਹੈ ਨਾ। ਤਾਂ ਕਰਕੇ ਵਾਸਤਵਿਕ ਅਭੇਦ ਵੀ ਹੈ ਤੇ ਜਿਹੜਾ ਕਲਪਿਤ ਭੇਦ ਵੀ ਹੈ, ਕਿਉਂਕਿ ਕਲਪਨਾ ਮਾਤਰ ਹੈ ਪ੍ਰਕਿਰਤੀ, ਤੇ ਉਸੇ ਕਰਕੇ ਕਲਪਿਤ ਭੇਦ ਕਿਹਾ ਜਾਂਦਾ ਹੈ। ਤੇ ਜੇ ਉਹ ਜਿਸਨੂੰ ਅਲੱਗ ਹੀ ਨਹੀਂ ਕਰ ਸਕਦੇ, ਜੋ ਹੈ ਹੀ ਨਹੀਂ, ਉਹਨੂੰ ਵਾਸਤਵਿਕ ਭੇਦ ਕਰਕੇ ਸਮਝਦੇ ਆ। ਇਹ ਇੱਥੇ ਕਹਿ ਰਹੇ ਆ, ਇੱਥੇ ਇੰਨੇ ਸਮਝਣਾ ਵਾ ਵੀ ਕਲਪਿਤ ਭੇਦ ਤੇ ਵਾਸਤਵਿਕ ਭੇਦ ਕਿਹਨੂੰ ਕਹਿੰਦੇ ਆ? ਵੀ ਦੋ ਵਸਤੂਆਂ ਵਿੱਚੋਂ ਜਦੋਂ ਇੱਕ ਵਸਤੂ ਕਲਪਿਤ ਹੋਵੇ ਉਸਨੂੰ ਕਲਪਿਤ ਕਹਿੰਦੇ ਆ। ਜਿਵੇਂ ਬ੍ਰਹਮ ਸੱਤ ਹੈ ਤੇ ਪ੍ਰਕਿਰਤੀ ਅਸੱਤ ਹੈ, ਮਤਲਬ ਕਲਪਿਤ ਰੂਪ ਹੈ, ਕਹਿਣ ਮਾਤਰ ਹੈ। ਹਾਂਜੀ, ਇਹ ਹੋ ਗਿਆ ਕਲਪਿਤ ਭੇਦ ਸੰਬੰਧ, ਕਲਪਿਤ ਭੇਦ। ਤੇ ਦੂਸਰਾ ਹੈ ਵਾਸਤਵਿਕ ਅਭੇਦ। ਉਹ ਕੀ ਆ? ਕਿ ਜਦੋਂ ਦੋਨਾਂ ਵਸਤੂਆਂ ਨੂੰ ਅਸੀਂ ਅਲੱਗ ਕਰ ਹੀ ਨਹੀਂ ਸਕਦੇ, ਕਰ ਹੀ ਨਹੀਂ ਪਾਉਂਦੇ, ਉਸ ਨੂੰ ਅਸੀਂ ਵਾਸਤਵਿਕ ਅਭੇਦ ਕਹਿੰਦੇ ਹਾਂ। ਤਦਾਤਮਿਕ ਸੰਬੰਧ ਦਾ ਵੀ ਇਹਨੇ ਸਮਝ ਲੈਣਾ ਕਿ ਬ੍ਰਹਮ ਤੇ ਪ੍ਰਕਿਰਤੀ ਆਪਸ ਵਿੱਚ ਜੁੜੇ ਹੋਏ। ਠੀਕ ਹੈ ਨਾ, ਆਪਸ ਵਿੱਚ ਜੁੜੇ ਹੋਏ। ਕਿਵੇਂ? ਜਿਵੇਂ ਹੱਥ 'ਤੇ ਰੌਸ਼ਨੀ ਪੈਂਦੀ ਹੈ ਨਾ, ਉਹ ਹੱਥ 'ਤੇ ਰੌਸ਼ਨੀ ਪੈਂਦੀ ਆ, ਉਹਨੂੰ ਰਗੜਾਂਗੇ ਤੇ ਰੌਸ਼ਨੀ ਫਰਕ ਨਹੀਂ ਪੈਂਦਾ। ਉਹਨੂੰ ਰੌਸ਼ਨੀ ਆਪਣਾ ਹੱਥ 'ਤੇ ਮਾਰਾਂਗੇ, ਰੌਸ਼ਨੀ ਨੂੰ ਫਿਰ ਕੋਈ ਮਾਰਨੀ ਪੈਂਦੀ ਹੈ। ਮਤਲਬ ਹੈ ਵੀ ਤੇ ਹੈ ਵੀ ਨਹੀਂ, ਕਿਉਂਕਿ ਉਹਨੂੰ ਅਸਰ ਨਹੀਂ ਜਿਹੜਾ ਹੁੰਦਾ, ਉਸ ਕਰਕੇ ਹੈ ਨਹੀਂ ਹੈ। ਜੋ ਉੱਪਰ ਹੈ ਜੁੜੀ ਹੋਏ ਦਿਖਣੇ ਕਰਕੇ ਜੁੜੀ ਵੀ ਹੋਈ ਹੈ। ਤੇ ਇਹ ਹੈ ਤਦਾਤਮਿਕ ਸੰਬੰਧ। ਆ ਗਈ ਨਾ ਸਮਝ? ਮਤਲਬ ਇਹਨੂੰ ਤਦਾਤਮਿਕ ਸੰਬੰਧ ਸਮਝਣਾ ਵੀ ਜਿਵੇਂ ਹੱਥ ਦੇ ਉੱਪਰ ਰੌਸ਼ਨੀ ਪੈ ਰਹੀ ਹੈ, ਉਹਦੇ ਨਾਲ ਐ ਪੂਰੀ ਜੁੜੀ ਹੋਈ ਹੈ, ਨਜ਼ਰੀ ਆ ਰਹੀ ਹੈ। ਨਾ ਅਸਰ ਹੋਣੇ ਕਰਕੇ ਜਿਹੜੀ ਉਹਨੂੰ ਮਾਰਨੀ ਪੈਂਦੀ, ਉਹਨੂੰ ਕੋਈ ਅਸਰ ਨਹੀਂ ਹੁੰਦਾ। ਇਸ ਕਰਕੇ ਭੇਦ ਵੀ ਹੈ, ਜੁੜੀ ਹੋਣ ਕਰਕੇ ਅਭੇਦ ਵੀ ਹੈ। ਜਿਵੇਂ ਸਫਟਕ ਮਣੀ ਆ, ਉਹ ਲਾਲ, ਨੀਲਾ, ਹਰਿਆ ਜਿਹੜਾ ਵੀ ਰੰਗ ਦਾ ਕੱਪੜਾ ਰੱਖਦੇ, ਉਹ ਹੀ ਸੰਬੰਧ ਹੋਣੇ ਕਰਕੇ ਰੰਗ ਫੜ ਲੈਂਦੀ ਹੈ। ਪਰ ਕਿ ਉਹ ਲਾਲ, ਹਰੀ, ਨੀਲੀ ਹੋ ਜਾਂਦੀ ਸਫਟਕ ਮਣੀ ਨਾ, ਉਹ ਜਿਸ ਤਰ੍ਹਾਂ ਦੀ ਉਸ ਤਰ੍ਹਾਂ ਹੀ। ਹਾਂਜੀ, ਤੇ ਇਸੇ ਤਰ੍ਹਾਂ ਬ੍ਰਹਮ ਤੇ ਪ੍ਰਕਿਰਤੀ ਜੁੜੇ ਹੋਣ ਦੇ ਬਾਵਜੂਦ ਵੀ ਜੁੜੇ ਹੋਏ ਨਹੀਂ। ਮਤਲਬ ਜੁੜੇ ਹੋਣ ਦੇ ਬਾਵਜੂਦ ਵੀ ਜੋ ਜੁੜੇ ਹੋਏ ਨਹੀਂ ਹੈ, ਇਸੇ ਕਰਕੇ ਜੋ ਉਹਦਾ ਕੋਈ ਅਸਰ ਨਹੀਂ ਨਾ ਲੈ ਰਿਹਾ ਬ੍ਰਹਮ ਪ੍ਰਕਿਰਤੀ ਦਾ, ਇਸੇ ਕਰਕੇ ਤਦਾਤਮਿਕ ਸੰਬੰਧ ਹੈ, ਕਲਪਿਤ ਸੰਬੰਧ ਹੈ। ਉਹ ਕਲਪਿਤ ਸੰਬੰਧ ਆ, ਮਤਲਬ ਜੁੜ ਕੇ ਵੀ ਨਾ ਜੋੜਨਾ, ਤੇ ਉਹ ਸੰਬੰਧ ਕਲਪਿਤ ਸੰਬੰਧ ਹੈ। ਜਦੋਂ ਕਿਉਂਕਿ ਉਹਦਾ ਅਸਰ ਹੀ ਕੋਈ ਨਹੀਂ ਹੈ ਉਸ ਉੱਪਰ, ਬ੍ਰਹਮ ਉੱਪਰ, ਪ੍ਰਕਿਰਤੀ ਦਾ। ਤੇ ਫਿਰ ਜਿਵੇਂ ਸਫਟਕ ਮਣੀ ਨੂੰ ਕੱਪੜੇ ਦਾ ਕੋਈ ਨੀਲਾ ਰੰਗ ਪ੍ਰਤੀਬਿੰਬਤ ਹੋਣੇ ਕਰਕੇ ਉਹ ਨੀਲਾ ਰੰਗ ਹੁੰਦਾ ਪ੍ਰਭਾਵਸ਼ਾਲੀ, ਵੀ ਨੀਲਾ ਰੰਗ ਦੀ ਹੋ ਗਈ ਸਫਟਕ ਮਣੀ, ਪਰ ਨਹੀਂ, ਉਹ ਹੁੰਦੀ ਨਹੀਂ ਹੈ। ਕੱਪੜਾ ਪਰਿਤ ਕਰਨ ਦੀ ਦੇਰ ਫਿਰ ਉਸੇ ਤਰ੍ਹਾਂ ਰਹਿੰਦੀ ਹੈ। ਇਸ ਜੁੜ ਕੇ ਵੀ ਨਾ ਜੋੜਨਾ, ਇਸੇ ਕਰਕੇ ਕਲਪਿਤ ਤਦਾਤਮਿਕ ਸੰਬੰਧ ਕਿਹਾ ਹੈ। ਉਸੇ ਗੱਲ ਨੇ ਨਾ ਕਿ ਦੁਬਾਰਾ ਫਿਰ ਲਿਖਿਆ ਹੈ। ਕਹੀਏ ਮਤਲਬ ਕਲਪਿਤ ਭੇਦ ਸਹਿਤ ਵਾਸਤਵ ਭੇਦ ਰੂਪ ਸੰਬੰਧ, ਉਹਦੀ ਆਪਾਂ ਵਿਚਾਰ ਕਰ ਰਹੇ ਹਾਂ। ਕਿਉਂਕਿ ਇਹ ਸੂਖਸ਼ਮ ਵਿਸ਼ਾ, ਇਹਨੂੰ ਇੱਕ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ। ਕੋਈ ਇਹ ਨਾ ਆਖੇ ਵੀ ਪੜ੍ਹ ਲਿਆ ਤੇ ਰਿਕਾਰਡ ਤੇ ਕਰ ਦਿੱਤਾ, ਪਰ ਇਹਦਾ ਅਸਰ ਤੇ ਕੋਈ ਹੋਇਆ ਨਹੀਂ, ਸਮਝ ਤੇ ਕੋਈ ਆਈ ਨਹੀਂ। ਉਹਦੇ ਆਪੋ ਆਪਣੀ ਬੁੱਧੀ ਹੈ, ਜੇ ਕਿਸੇ ਨੂੰ ਪੜ੍ਹ ਕੇ ਨਾ ਸਮਝ ਆਵੇ ਤਾਂ। ਕੀ ਕਹਿ ਰਿਹਾ ਵੀ ਕਲਪਿਤ ਭੇਦ ਸਹਿਤ, ਵੀ ਕਲਪਿਤ ਹੈ, ਝੂਠਾ ਹੈ, ਪਰ ਭੇਦ ਸਹਿਤ ਹੈ। ਪਰ ਭੇਦ ਬ੍ਰਹਮ ਮਾਇਆ ਨਹੀਂ ਹੋ ਜਾਊਗਾ ਤੇ ਮਾਇਆ ਬ੍ਰਹਮ ਨਹੀਂ ਹੋ ਜਾਵੇਗੀ। ਇਸ ਕਰਕੇ ਭੇਦ ਤੇ ਬਣਿਆ ਹੀ ਹੈ, ਭੇਦ ਤੇ ਬਣਿਆ, ਪਰ ਅਭੇਦ ਵੀ ਹੈ। ਠੀਕ ਹੈ ਨਾ, ਕਿਉਂਕਿ ਰੱਸੀ ਹੈ ਤਾਂ ਸਭ ਦਾ ਭਰਮ ਹੋਇਆ। ਸਭ ਰੱਸੀ ਦਾ
ਇਸ ਕਰਕੇ ਅਭੇਦ ਹੈ। ਇਸ ਦ੍ਰਿਸ਼ਟੀ ਨਾਲ ਵੇਖੀਏ ਤੇ ਠੀਕ ਹੈ ਨਾ। ਪਰ ਜੋ ਸਭ ਰਸੀ ਵਿੱਚ ਦਿਸ ਰਿਹਾ ਹੈ, ਪਰ ਜਦੋਂ ਰੱਸੀ ਦਿਖ ਜਾਊਗੀ, ਰੱਸੀ ਜਦੋਂ ਦਿਖ ਜਾਊਗੀ ਰੌਸ਼ਨੀ ਦੇ ਨਾਲ, ਤੇ ਫਿਰ ਉਹ ਸੱਪ ਕੀ ਹੈ, ਰੱਸੀ ਵਿੱਚ ਸਮਾ ਜਾਊਗਾ। ਇਸ ਦ੍ਰਿਸ਼ਟੀ ਨਾਲ ਅਭੇਦ ਹੈ। ਸੱਪ ਕਿੰਨਾ ਚਿਰ ਹੈ? ਜਿੰਨਾ ਚਿਰ ਰੌਸ਼ਨੀ ਨਹੀਂ। ਜਦੋਂ ਰੌਸ਼ਨੀ ਹੋ ਗਈ ਫਿਰ ਸੱਪ ਖਤਮ। ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਆਹ ਸੱਪ ਹੈ, ਰੱਸੀ ਹੈ। ਜਿਹੜਾ ਰੱਸੀ ਦਿਖਣ ਨਾਲ ਸਭ ਖਤਮ ਹੋ ਜਾਂਦਾ ਨਾ, ਇਹ ਅਭੇਦਪੁਣਾ, ਠੀਕ ਹੈ ਨਾ ਜੀ। ਕਿਉਂਕਿ ਉਹਨਾਂ ਲਿਖਿਆ ਕਿ ਇਹ ਜਿਹੜੀ ਕਲਪਿਤ ਪ੍ਰਕਿਰਤੀ ਦਾ ਬ੍ਰਹਮ ਅਨਾਦਿ ਦੇ ਨਾਲ ਅਨਾਦਿ ਕਲਪਿਤ ਆਤਮਾ ਸੰਬੰਧ ਹੈ। ਕਹੀਏ ਵੀ ਕਲਪਿਤ ਭੇਦ ਸਹਿਤ ਤੇ ਵਾਸਤਵਿਕ ਅਭੇਦ ਰੂਪ ਸੰਬੰਧ ਹੈ, ਠੀਕ ਹੈ ਨਾ। ਉਹ ਕੀ ਵੀ ਕਲਪਿਤ ਭੇਦ ਤੁਹਾਨੂੰ ਦੂਜੇ ਰੂਪ 'ਚ ਵੀ ਦੱਸਿਆ, ਪਰਿਭਾਸ਼ਾ ਵੀ ਦੱਸੀ ਹੈ, ਤੇ ਇਹ ਵੀ ਦੱਸ ਰਹੇ ਹਾਂ ਕਿ ਕਲਪਿਤ ਝੂਠਾ ਭੇਦ ਹੈ। ਪਰ ਕਿੱਦਾਂ ਭੇਦ ਝੂਠਾ ਹੈ, ਕਲਪਿਤ ਕਿਉਂ? ਕਿਉਂਕਿ ਬ੍ਰਹਮ ਮਾਇਆ ਨਹੀਂ ਹੋ ਜਾਊਗਾ, ਮਾਇਆ ਬ੍ਰਹਮ ਨਹੀਂ ਹੋ ਜਾਊਗਾ। ਜਿਵੇਂ ਮਣੀ, ਉਹ ਕੱਪੜਾ ਨੀਲੇ ਰੰਗ ਦਾ ਨਹੀਂ ਹੋ ਜਾਂਦਾ, ਤੇ ਨੀਲਾ ਰੰਗ ਦਾ ਕੱਪੜਾ ਮਣੀ ਨਹੀਂ ਹੋ ਜਾਂਦਾ, ਠੀਕ ਹੈ ਨਾ। ਇਸੇ ਤਰ੍ਹਾਂ ਕਲਪਿਤ ਭੇਦ ਸਹਿਤ ਹੈ, ਤੇ ਵਾਸਤਵਿਕ ਭੇਦ ਕੀ ਹੈ? ਕਿ ਜੇ ਰੱਸੀ ਹੈ ਤਾਂ ਸਭ ਦਾ ਭਰਮ ਹੋਇਆ, ਬ੍ਰਹਮ ਹੈ ਤਾਂ ਪ੍ਰਕਿਰਤੀ ਦਾ ਭਰਮ ਹੋਇਆ। ਤੇ ਪਰ ਉਹ ਜਿਹੜਾ ਹੈ ਸੱਪ ਕਿੰਨਾ ਚਿਰ ਆ? ਜਿੰਨਾ ਚਿਰ ਰੱਸੀ ਦਾ ਗਿਆਨ ਨਹੀਂ ਹੋ ਜਾਂਦਾ। ਜਦੋਂ ਉਹ ਰੱਸੀ ਦਿਖ ਗਈ ਤੇ ਸੱਪ ਖਤਮ। ਇਸ ਤਰ੍ਹਾਂ ਅਭੇਦ ਆ ਇਸ ਨਾਤੇ। ਇਸੇ ਤਰ੍ਹਾਂ ਫਿਰ ਜਦੋਂ ਰੱਸੀ ਦਾ ਗਿਆਨ ਹੋ ਜਾਂਦਾ, ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸੱਪ ਵੱਖਰਾ ਤੇ ਰੱਸੀ ਵੱਖਰੀ ਹੈ। ਫਿਰ ਉਹ ਭੇਦ ਹੋ ਜਾਂਦਾ, ਫਿਰ ਅਭੇਦ ਵਾਸਤਵਿਕ ਸੰਬੰਧ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਪ੍ਰਕਿਰਤੀ, ਕਲਪਿਤ ਪ੍ਰਕਿਰਤੀ ਜੋ ਸਾਨੂੰ ਰੱਸੀ ਵਿੱਚ ਕਲਪਿਤ ਸੱਪ ਮਾਤਰ ਦਿਖ ਰਹੀ ਹੈ, ਜਦੋਂ ਉਹ ਪ੍ਰਕਿਰਤੀ ਗਿਆਨ ਹਿਰਦੇ ਵਿੱਚ ਹੋਣੇ ਕਰਕੇ, ਉਹ ਗਿਆਨ ਦੀ ਰੋਸ਼ਨੀ ਕਰਕੇ ਇਹ ਪ੍ਰਕਿਰਤੀ ਰੂਪ ਸੱਪ ਜਿਹੜਾ ਨਿਵਰਤੀ ਕਰ ਲਈ ਰੱਸੀ ਰੂਪ ਬ੍ਰਹਮ ਦਿਖ ਜਾਊਗਾ, ਤੇ ਫਿਰ ਉਹ ਜਿਹੜਾ ਸੱਪ ਖਤਮ ਹੋ ਜਾਂਦਾ। ਇਸ ਤਰ੍ਹਾਂ ਪ੍ਰਕਿਰਤੀ ਖਤਮ ਤੇ ਰਹਿ ਕੀ ਜਾਂਦਾ ਹੈ? ਬ੍ਰਹਮ, ਹਨਾ। ਸ਼ੇਸ਼ ਕੀ ਬਚਦਾ ਹੈ? ਅਪਵਾਦ ਰੂਪ ਵਿੱਚ ਬ੍ਰਹਮ ਚੇਤਨ ਹੈ। ਤੇ ਜੋ ਅਰੂਪਿਆ ਹੋਇਆ ਪ੍ਰਪੰਚ, ਇਹਦੀ ਨਿਵਰਤੀ ਹੋ ਜਾਂਦੀ। ਪ੍ਰਕਿਰਤੀ ਕਹਿ ਲਓ ਭਾਵ ਅਰਥ ਨਾਲ, ਪ੍ਰਕਿਰਤੀ, ਪ੍ਰਪੰਚ, ਅਵਿਦਿਆ, ਮਾਇਆ, ਅਗਿਆਨ, ਇਹ ਸਭ ਇੱਕ ਹੀ ਹੈ। ਇਹਨੂੰ ਪ੍ਰਪੰਚ ਹੀ ਸਮਝ ਲਓ। ਇਸੇ ਕਰਕੇ ਸਾਰਾ ਪ੍ਰਪੰਚ, ਸਭ ਪ੍ਰਪੰਚ ਦੀ ਉਤਪਤੀ। ਪ੍ਰਪੰਚ ਦੀ ਨਿਵਰਤੀ ਹੋਣ ਕਰਕੇ ਅਪਵਾਦ ਰੂਪ ਬਾਕੀ ਕੀ ਬਚਦਾ ਹੈ? ਅਵਸ਼ੇਸ਼ ਸਿਰਫ ਬ੍ਰਹਮ ਚੇਤਨ, ਠੀਕ ਹੈ ਨਾ। ਸੋ ਇਹਦੀ ਵਿਚਾਰ ਆਪਾਂ ਕਾਫੀ ਕਰ ਹੀ ਲਈ ਹੈ। ਇਹ ਤੁਸੀਂ ਸਮਝ ਗਏ ਨਾ ਵੀ ਕਲਪਿਤ ਭੇਦ ਆ ਸਹਿਤ ਤੇ ਵਾਸਤਵ ਅਭੇਦ ਰੂਪ ਸੰਬੰਧ ਹੈ। ਤਦਾਤਮਕ ਸੰਬੰਧ ਦਾ ਇਹ ਅਗਲੇ ਬੰਨੇ ਖੋਲ ਕੇ ਇਹ ਸਮਝ ਲਓ, ਇਹ ਲਿਖਿਆ ਹੋਇਆ ਮਤਲਬ ਜੁੜਿਆ ਜੋ ਰੌਸ਼ਨੀ ਹੱਥ ਦੇ ਉੱਪਰ ਪੈ ਰਹੀ ਹੈ, ਇਹ ਸੰਬੰਧ ਵੀ ਹੈ। ਪਰ ਉਹ ਰੌਸ਼ਨੀ ਨੂੰ ਜੋ ਅਸਰ ਨਹੀਂ ਹੁੰਦਾ, ਹੱਥ ਨੂੰ ਜੋ ਮਰਜ਼ੀ ਜੋ ਰੌਸ਼ਨੀ ਨੂੰ ਜੋ ਅਸਰ ਨਹੀਂ ਹੁੰਦਾ, ਇਸ ਕਰਕੇ ਉਹ ਸੰਬੰਧ ਵੀ ਨਹੀਂ, ਜੁੜ ਕੇ ਵੀ ਨਹੀਂ ਜੁੜਨਾ। ਇਸ ਤਰ੍ਹਾਂ ਭੇਦ ਵੀ ਅਭੇਦਪੂਣਾ ਹੈ। ਰੌਸ਼ਨੀ ਦਾ ਹੱਥ ਨਾਲ ਅਭੇਦਪੂਣਾ ਵੀ ਹੈ, ਜੁੜੀ ਹੋਣੇ ਕਰਕੇ। ਅਸਰ ਨਾ ਹੋਣ ਕਰਕੇ ਰੌਸ਼ਨੀ ਵੱਖਰੀ ਤੇ ਹੱਥ ਵੱਖਰਾ, ਇਸ ਕਰਕੇ ਭੇਦ ਵੀ ਹੈ। ਤੇ ਇਸੇ ਨੂੰ ਤਦਾਤਮਕ ਸੰਬੰਧ ਕਹਿੰਦੇ ਹੈ। ਤਦਾਤਮਕ ਸੰਬੰਧ ਕੀ ਹੈ? ਵੀ ਜੁੜ ਕੇ ਵੀ ਨਾ ਜੁੜਨਾ, ਠੀਕ ਹੈ ਨਾ। ਜਿਵੇਂ ਆਪ ਨੂੰ ਕਿੰਨਾ ਪ੍ਰਮਾਣ ਦੇ ਦਿੱਤੇ ਆ ਕਿ ਜਿਵੇਂ ਹੱਥ ਇੱਕ ਬਹੁਤ ਉੱਪਰ ਹੋਵੇ, ਇੱਕ ਹੱਥ ਹੇਠਾਂ ਹੋਵੇ, ਜੋ ਹੱਥ ਦਾ ਪਰਛਾਵਾਂ ਪੈ ਰਿਹਾ ਨਾ, ਉਸੇ ਨੂੰ ਸੰਬੰਧ ਉਨੀ ਪਰ ਬ੍ਰਹਮ ਦੇ ਜਿਹੜਾ ਹੈ ਪਰਛਾਵਾਂ ਮਾਤਰ ਪੈਣ ਕਰਕੇ ਮਾਇਆ ਦੇ ਉੱਪਰ
ਜਿਸ ਕਰਕੇ ਉਹ ਮਾਇਆ ਪ੍ਰਸੂਤਾ ਹੋ ਕੇ 3 ਗੁਣਾ ਸਹਿਤ ਹੋ ਕੇ 3 ਦੇਵਤੇ ਰਚ ਕੇ ਇਸ ਪ੍ਰਪੰਚ ਰਚ ਦਿੱਤਾ ਹੈ। ਸੋ ਰੋਹ ਵਿਚਾਰ ਇਹ ਹੋ ਗਿਆ ਆਪਣਾ ਪਹਿਲਾ ਜਵਾਬ। ਉਸੇ ਪ੍ਰਕਿਰਤੀ ਨੂੰ ਅੱਗੇ ਖੋਲਣ ਦਾ ਯਤਨ ਕਰਨਗੇ। ਇੱਥੇ ਨਾ ਉਹਨਾਂ ਕੀ ਕਰਨਾ ਹੈ, ਪ੍ਰਕਿਰਤੀ ਦਾ ਕਥਨ ਕਰ ਲਗੇ। ਹੁਣ ਅਸੀਂ ਜਾਣਨਾ ਕੀ ਹੈ ਵੀ ਪ੍ਰਪੰਚ ਕਿਸ ਤਰ੍ਹਾਂ ਅਰੂਪਤ ਹੋਇਆ ਉਸ ਚੇਤਨ ਬ੍ਰਹਮ ਵਿੱਚ। ਠੀਕ ਹੈ, ਬ੍ਰਹਮ ਚੇਤਨ ਨੂੰ ਆਪਾਂ ਇੱਥੇ ਨਹੀਂ ਲੈਣਾ, ਉਹਨੂੰ ਇੱਕ ਪਾਸੇ ਕਰ ਦਿਓ, ਕਿਉਂਕਿ ਬ੍ਰਹਮ ਚੇਤਨ ਨੂੰ ਅਸੀਂ ਇੱਥੇ ਤਾਂ ਨਹੀਂ ਲੈਣਾ, ਇੱਥੇ ਸਾਨੂੰ ਜਾਣਨ ਦੀ ਲੋੜ ਨਹੀਂ ਹੈ, ਉਸ ਨੂੰ ਵੇਖਣ ਦੀ ਲੋੜ ਨਹੀਂ। ਉਹ ਤਾਂ ਸਾਡਾ ਸਵੈ ਸਰੂਪ ਹੈ ਜੋ ਆਤਮਾ ਚੇਤਨ ਦੇ ਰੂਪ ਵਿੱਚ ਵਰਤ ਰਿਹਾ ਹੈ। ਉਹ ਤਾਂ ਅਸੀਂ ਨਹੀਂ ਜਾਣਾਂਗੇ ਨਾ ਜਾਣਾਂਗੇ, ਉਹ ਤਾਂ ਸਾਡਾ ਸਰੂਪ ਹੀ ਹੈ। ਵੇਖੋ, ਜਾਣਾਂਗੇ ਤੇ ਸੁੱਖ ਹੈ, ਨਹੀਂ ਜਾਣਾਂਗੇ ਤੇ ਦੁੱਖ ਹੈ, ਪਰ ਉਹ ਹੈ ਸਾਡਾ ਸਰੂਪ ਹੀ, ਜਾਣੀਏ ਜਾਂ ਨਾ ਜਾਣੀਏ। ਇਸ ਕਰਕੇ ਉਸ ਨੂੰ ਬ੍ਰਹਮ ਚੇਤਨ ਨੇ ਇੱਕ ਪਾਸੇ ਕਰਕੇ ਹੁਣ ਕਲਪਿਤ ਜੋ ਪ੍ਰਕਿਰਤੀ ਹੈ ਉਸ ਨੂੰ ਸਾਹਮਣੇ ਲੈ ਕੇ ਉਸ ਉੱਪਰ ਆਪਣਾ ਵਿਸ਼ਾ ਰੱਖਣ ਲੱਗੇ ਹੈ ਕਿ ਸੋ ਪ੍ਰਕਿਰਤੀ ਮਾਇਆ ਔ ਅਵਿਦਿਆ ਔ ਤਮ ਪ੍ਰਧਾਨ ਪ੍ਰਕਿਰਤੀ ਰੂਪ ਕਰਕੇ ਵਿਭਾਗ ਨੂੰ ਭਾਵਤੀ ਹੈ। ਇੱਥੇ ਅੱਗੇ ਪ੍ਰਕਿਰਤੀ ਨੂੰ ਮਤਲਬ 3 ਹਿੱਸਿਆਂ 'ਚ ਵੰਡ ਦਿੱਤਾ, ਮਾਇਆ ਅਵਿਦਿਆ ਤਮ ਪ੍ਰਧਾਨ ਪ੍ਰਕਿਰਤੀ। ਤੇ ਕਹਿੰਦੇ ਵਿਭਾਗ ਨੂੰ ਪਾਉਂਦੀ ਪਾ ਹਿੱਸਿਆਂ ਨੂੰ ਪਾਉਂਦੀ ਹੈ। 3 ਮੈਂ ਜੋ ਸ਼ੁੱਧ ਸਤਵ ਗੁਣ ਯੁਕਤ ਸੋ ਮਾਇਆ ਹੈ, और जो मलन सत्व गुण युक्त सो अविद्या है, और जो तमोगुण की मुख्यता कर युक्त है सो तम प्रधान प्रकृति है। मतलब प्रकृति के 3 विभाग हुए कि जो शुद्ध सत्वगुण सहित वो माया, जो मलन सत्वगुण सहित वो अविद्या, तो तमोगुण की जो मुख्यता करके प्रधानता करके सहित है वो है तमो प्रधान प्रकृति। ਹੁਣ ਆਪ ਜੀ ਇਹਨਾਂ ਤਿੰਨਾਂ ਦੇ ਸੰਬੰਧ ਵਿੱਚ ਸੁਣ ਲੈਣਾ। ਮਾਇਆ ਕੀ ਆ, ਅਵਿਦਿਆ ਕੀ ਹੈ, ਤੇ ਤਮ ਪ੍ਰਧਾਨ ਪ੍ਰਕਿਰਤੀ ਕੀ ਹੈ। ਮਾਇਆ ਦੀ ਟਿੱਪਣੀ ਇੱਥੇ ਲਿਖੀ ਆ। ਤੇ ਸ਼ੁੱਧ ਸਤਵਗੁਣ ਕਿਹਨੂੰ ਕਹਿੰਦੇ? क्षत्रियो शुद्ध रूप मंत्रीन सै ब्राह्मण राजा की न्यायी, जो राजतम से दबे नहीं किंतु राजतम को आप दबावे, ऐसा सत्वगुण शुद्ध सत्वगुण है। ठीक है जी। हुण प्रकृति का विभाग कर लगे कि प्रकृति की रजो तमो सतो गुण ਦੇ 3 ਹਿੱਸੇ, माया अविद्या तमा प्रधान अविद्या ਜਾਂ प्रकृति। शुद्ध सतो गुण ਦੇ ਜੋ ਸਹਿਤ ਹੈ ਸੋ माया है शुद्ध। खत्तरी और शूद्र रूप 2 मंत्री होण, ਇਹਨਾਂ ਤੋਂ ਬ੍ਰਾਹਮਣ ਰੂਪ ਜੋ ਰਾਜਾ ਉਹ ਡਰਦਾ ਨਹੀਂ। ਠੀਕ ਹੈ, ਬ੍ਰਾਹਮਣ ਨਾ ਸ਼ੂਦਰ ਤੋਂ ਡਰਦਾ ਨਾ ਖੱਤਰੀ ਨੂੰ ਡਰਦਾ। ਇਸੇ ਪ੍ਰਕਾਰ ਜੋ ਰਾਜ ਤਮ ਤੋਂ ਦਬਦਾ ਨਹੀਂ, ਨਾ ਰਜੋਗੁਣ ਦੀ ਚੱਲਦੀ ਹੈ ਨਾ ਤਮੋਗੁਣ ਦੀ ਜਿੱਥੇ ਚੱਲਦੀ ਹੈ, ਬਿਲਕੁਲ ਨਹੀਂ ਚੱਲਦੀ, ਐਸਾ ਜੋ ਸਤੋਗੁਣ ਹੈ। ਠੀਕ ਹੈ, ਜਿੱਥੇ ਜੋ ਰਾਜ ਤਮ ਤੋਂ ਦਬਦਾ ਨਹੀਂ ਪਾ, ਨਾ ਰਜੋਗੁਣ ਦੀ ਚੱਲਦੀ ਨਾ ਤਮੋਗੁਣ ਦਬਦੀ, ਸਗੋਂ ਰਾਜੋ ਤੇ ਤਮੋ ਨੂੰ ਦਬਾ ਕੇ ਰੱਖਦਾ। ਨਾ ਰਜੋ ਚੱਲਣ ਦਿੰਦਾ ਨਾ ਤਮੋ ਗੁਣ ਚੱਲਣ ਦਿੰਦਾ। ਜਿਵੇਂ ਬ੍ਰਾਹਮਣ ਖੱਤਰੀ ਸ਼ੂਦਰ ਦੀ ਚੱਲਣ ਦਿੰਦਾ, ਉਸ ਨੂੰ ਕਹਿੰਦੇ ਆ ਸਤੋਗੁਣ। ਕਿਹੜਾ? ਸ਼ੁੱਧ ਸਤੋਗੁਣ। ਤੇ ਜਿੱਥੇ ਸਤੋਗੁਣ ਹੋਵੇ ਉੱਥੇ ਗਿਆਨ ਹੀ ਗਿਆਨ ਹੈ। ਤੇ ਪ੍ਰਕਿਰਤੀ ਕੀ ਆ? ਤਮੋਗੁਣ ਪ੍ਰਧਾਨ ਹੈ। ਤੇ ਜਿੱਥੇ ਤਮੋਗੁਣ ਹੋਵੇ ਉੱਥੇ ਜੜਤਾ ਤੇ ਸੁੱਤੇ ਹੀ ਰਹਿਣਾ, ਅਗਿਆਨ ਹੀ ਗਿਆਨ ਹੁੰਦਾ। ਉਹਨੂੰ ਜੋ ਤਮਾ ਪ੍ਰਧਾਨ ਪ੍ਰਕਿਰਤੀ ਲਿਖਿਆ ਨਾ, ਉਹ ਭਾਵ ਅਗਿਆਨ ਪ੍ਰਧਾਨ ਪ੍ਰਕਿਰਤੀ ਆ, ਅਵਿਦਿਆ ਪ੍ਰਧਾਨ ਪ੍ਰਕਿਰਤੀ ਆ, ਐਵੇਂ ਤੁਸੀਂ ਸਮਝ ਲਓ। ਠੀਕ ਹੋ ਗਿਆ ਨਾ।
ਇਹ ਵੀ ਮਾਇਆ ਸ਼ੁੱਧ ਸਤਵ ਗੁਣ ਸ਼ਾਇਦ ਜੋ ਸੋ ਉਹ ਮਾਇਆ। ਤੇ ਸ਼ੁੱਧ ਸਤਵ ਗੁਣ ਕਿਹਨੂੰ ਕਹਿੰਦੇ ਆ? ਵੀ ਜਿੱਥੇ ਸ਼ੁੱਧ ਸਤਵ ਗੁਣ ਦੀ ਚੱਲੇ, ਰਜੋ ਤਮੋ ਗੁਣ ਦਬ ਕੇ ਰੱਖੇ ਤੇ ਆਪ ਉਹਦੇ ਕੋਲ ਦਬੇ ਨਾ। ਜਿਵੇਂ ਬ੍ਰਾਹਮਣ ਖੱਤਰੀ ਤੇ ਸ਼ੂਦਰ ਨੂੰ ਦਬ ਕੇ ਰੱਖਦਾ ਪਰ ਆਪ ਨਹੀਂ ਉਸ ਕੋਲ ਦਬਦਾ, ਉਹਨੂੰ ਕਹੀਦਾ ਬ੍ਰਾਹਮਣ। ਤੇ ਇਸੇ ਤਰ੍ਹਾਂ ਬ੍ਰਾਹਮਣ ਰਾਜੇ ਦੀ ਨਿਆਈ ਆ ਤੇ ਸ਼ੁੱਧ ਸਤਵ ਗੁਣ ਰਾਜੇ ਦੀ ਨਿਆਈ ਆ। ਸ਼ੁੱਧ ਸਤਵ ਗੁਣ ਕੀ ਆ? ਰਜੋ ਤਮੋ ਗੁਣ ਨੂੰ ਦਬ ਕੇ ਰੱਖਦਾ ਤੇ ਇਹਦੇ ਸਹਿਤ ਜੋ ਹੈ ਉਹ ਹੈ ਮਾਇਆ। ਦੂਸਰਾ ਹੈ ਜੋ ਮਲਣ ਸਤਵ ਗੁਣ ਸਹਿਤ ਸੋ ਅਵਿਦਿਆ ਹੈ। ਹਾਂਜੀ, ਮਤਲਬ ਇੱਥੇ ਉਹਨਾਂ ਨੇ ਟਿੱਪਣੀ ਉਹਦੀ ਵੀ ਲਿਖੀ ਆ ਮਲਣ ਸਤਵ ਗੁਣ ਦੀ। ਕਿਹਨੂੰ ਕਹਿੰਦੇ ਆ? ਜੋ ਰਜ ਤਮ ਕੋ ਦਬਾਵੇ ਨਹੀਂ। ਜੋ ਰਜੋ ਗੁਣ ਤਮੋ ਗੁਣ ਨੂੰ ਦਬਾ ਨਹੀਂ ਸਕਦਾ ਹੈ। ਰਜੋ ਗੁਣ ਵੀ ਹਾਵੀ ਹੈ, ਤਮੋ ਗੁਣ ਵੀ ਹਾਵੀ ਹੈ, ਕਿੰਤੂ ਸ਼ੁੱਧ ਰੂਪ ਦੋਨੋਂ ਰਾਜकुमारन सै ब्राह्मण रूप एक मंत्री की न्याय राज तम से आप दबे। मतलब जिथे भी ब्राह्मण रूप एक मंत्री जिहड़ा हा ते उत्थे शुद्ध रूप ते खत्तरी रूप जिहड़े राजकुमार आ, इन्हां तो ब्राह्मण रूप जिहड़ा एक मंत्री आ वो दबे। भाव ब्राह्मण थल्ले हो जाए ते रजो तमो गुण जिहड़ो राजकुमारां दी नहीं है बन जाण, भाव राजे बन जाण, ਜਾਂ ਜੋ ਛਤਰੀ ਆ ਤੇ ਜਾਂ ਜੋ ਸ਼ੂਦਰ ਆ ਉਹ ਬ੍ਰਾਹਮਣ ਦੇ ਹਾਵੀ ਹੋ ਜਾਣ। ਇਸੇ ਤਰ੍ਹਾਂ ਰਜ ਤਮ ਸੇ ਆਪ ਦਬੇ। ਮਤਲਬ ਜੋ ਰਾਜੋ ਗੁਣ ਤਮੋ ਗੁਣ ਦਬਾਉਂਦਾ ਨਹੀਂ ਹੈ ਤੇ ਸਗੋਂ ਰਜੋ ਤੇ ਤਮੋ ਗੁਣ ਨੂੰ ਆਪ ਉਹਦੇ ਮਤਲਬ ਹੇਠਾਂ ਵਾ। ਰਜੋ ਤਮੋ ਗੁਣ ਤੋਂ ਆਪ ਦਬਦਾ, ਇਹਦੇ ਅੱਗੇ ਨਹੀਂ ਚੱਲਦੀ ਜਿਸ ਸਤੋ ਗੁਣ ਦੀ, ਉਸ ਨੂੰ ਕਹੀਦਾ ਮਲਣ ਸਤਵ ਗੁਣ। ਤੇ ਜਿੱਥੇ ਮਲਣ ਸਤਵ ਗੁਣ ਦੀ ਪ੍ਰਧਾਨਤਾ ਆ ਉਹ ਕੀ ਹੈ? ਜੋ ਮਲਣ ਸਤਵ ਗੁਣ ਦੇ ਸਹਿਤ ਉਹ ਹੈ ਅਵਿਦਿਆ। ਠੀਕ ਹੈ ਨਾ। ਇੱਥੇ ਤਮੋ ਮਲਣ ਸਤਵ ਗੁਣ 'ਚ ਪਹਿਲਾਂ ਕੀ ਹੁੰਦਾ ਵੀ ਰਜੋ ਗੁਣ ਰਾਜਸੀ ਸੁਭਾਅ, ਤਾਮਸੀ ਸੁਭਾਅ ਜਲਦਾ ਤੇ ਜਿਹੜਾ ਸਤਵ ਗੁਣ ਉਹ ਇਹਨਾਂ ਦੇ ਹੇਠਾਂ ਕੰਮ ਕਰਦਾ। ਜਿਵੇਂ ਉਹ ਕਹਿੰਦੇ ਐਵੇਂ ਕੰਮ ਕਰਦਾ, ਮੈਂ ਥੱਲੇ ਲੱਗਾ ਰਹਿੰਦਾ। ਤੇ ਜਿੱਥੇ ਸਤਵ ਗੁਣ ਥੱਲੇ ਲੱਗਾ ਰਹੇ ਉਹਨੂੰ ਮਲਣ ਸਤਵ ਗੁਣ ਕਹਿੰਦੇ ਆ। ਤੀਸਰਾ ਹੈ जो तमो गुण की मुख्यता करके सहत है सो तम प्रधान प्रकृति है। तम ਦਾ ਅਰਥ ਹੁੰਦਾ ਹਨੇਰਾ। ਹਨੇਰਾ ਕੀ ਆ? ਅੰਧਕਾਰ ਕੀ ਆ? ਅਗਿਆਨ। ਅਗਿਆਨ ਪ੍ਰਧਾਨ ਪ੍ਰਕਿਰਤੀ, ਜਿੱਥੇ ਅਗਿਆਨ ਹੀ ਅਗਿਆਨ ਬਿਲਕੁਲ। ਠੀਕ ਹੈ ਜੀ। ਮਤਲਬ ਜਿਸ ਵਿੱਚ ਤਮੋ ਗੁਣ ਵੱਧ ਅਧਿਕ ਹੈ, ਮੁੱਖਤਾ ਕਰਕੇ, ਮੁੱਖਤਾ ਪ੍ਰਧਾਨਤਾ ਕਰਕੇ इस दे सहित है जो ऐसी तमा प्रधान प्रकृति है जो सारे संसार की उत्पत्ति करती है। मतलब जो भी जड़ वस्तु आजू बाजू आसे पासे ना ये सारी तमो प्रधान प्रकृति है। जो सब कुछ दिख रहा ना तमो प्रधान प्रकृति, क्योंकि माया दे एक बीज में छुपिया होया बृक्ष आ ते जो आकार रूप में आ जाता प्रकृति आ। जिन्ना भी आप वेख रहे हैं समझ लो ये प्रकृति है। ठीक है ना। ਤੇ ਇਹ ਤਮੋ ਗੁਣ ਦੇ ਸਹਿਤ ਹੀ ਹੈ। ਇਹਦੀ ਟਿੱਪਣ ਉਹਨਾਂ ਨੇ ਲਿਖੀ ਆ 40 ਨੰਬਰ। ਇੱਥੇ 40 ਨੰਬਰ ਟਿੱਪਣੀ ਮਾਇਆ ਸਹਿਤ ਉਹ ਅਗਲੇ ਆਪਸ਼ਨ ਵਿੱਚ ਹੈ। ਮਤਲਬ ਤਮੋ ਗੁਣ ਜਿੱਥੇ ਤਮੋ ਗੁਣ ਦੀ ਚੱਲਦੀ ਹੈ ਬਸ ਜੜਤਾ, ਅਗਿਆਨ ਪੁਣਾ, ਮੂਰਖਪੁਣਾ, ਸੁੱਤੇ ਰਹਿਣਾ, ਨੀਂਦ ਆਦਿਕ। ਤੇ ਜਿੱਥੇ ਤਮੋ ਗੁਣ ਦੀ ਮੁੱਖਤਾ ਦੇ ਸਹਿਤ ਸੋ ਤਮੋ ਪ੍ਰਧਾਨ ਪ੍ਰਕਿਰਤੀ ਹੈ। ਠੀਕ ਹੈ ਜੀ। ਅੱਗੇ ਉਹ ਹੋਰ ਖੋਲ ਕੇ ਲਿਖ ਲੱਗੇ ਆ। ਹਾਂਜੀ, ਇਹ ਹੋ ਗਿਆ ਪ੍ਰਕਿਰਤੀ ਦੇ ਵਿਭਾਗ। ਤੇ ਅੱਗੇ ਹੈ ਵੀ ਮਾਇਆ ਵਿਸ਼ੇ ਜੋ ਬ੍ਰਹਮ ਕਾ ਪ੍ਰਤੀਬਿੰਬ ਹੈ। ਮਾਇਆ ਵਿਸ਼ੇ ਹੁਣ ਦੱਸਣ ਲੱਗਿਆ ਵੀ ਈਸ਼ਵਰ ਦੀ ਵੀ ਉਤਪਤੀ ਹੋਈ ਆ ਤੇ ਜੀਵ ਦੀ ਉਤਪਤੀ ਹੋਈ ਹੈ। ਬ੍ਰਹਮ ਚੇਤਨ ਦੀ ਉਤਪਤੀ ਨਹੀਂ, ਕਿਉਂਕਿ ਉਹ ਅਨਾਦਿ ਅਨੰਤ ਹੈ। ਤੇ ਜੋ ਉਤਪਤੀ ਵਾਲਾ ਹੈ ਉਹ ਕਲਪਿਤ ਰੂਪ ਹੈ, ਉਹ ਨਾਸ ਰੂਪ ਹੈ, ਉਹ ਮਿਥਿਆ ਹੈ। ਤੇ ਜੋ ਉਤਪਤੀ ਤੋਂ ਰਹਿਤ ਹੈ ਉਹ ਨਾ ਕਲਪਿਤ ਹੈ
ਨਾ ਮਿਥਿਆ ਹੈ ਨਾ ਨਾਸਵਾਨ ਹੈ, ਉਹ ਹੈ ਬ੍ਰਹਮ ਚੇਤਨ। ਇਸ ਕਰਕੇ ਈਸ਼ਵਰ ਦੀ ਉਤਪਤੀ ਤੇ ਜੀਵ ਦੀ ਉਤਪਤੀ ਇੱਥੇ ਹੁਣ ਕਹਿਣ ਲੱਗੇ ਆ। ਉਹ ਆਪ ਜੀ ਸੁਣੋ ਵੀ ਈਸ਼ਵਰ ਕਿਹਨੂੰ ਕਹਿੰਦੇ ਹੈ। ਹੁਣ ਇੱਥੇ ਇਹਨਾਂ ਨੇ ਲਿਖਿਆ ਆ, ਮਾਇਆ ਵਿਸ਼ੇ ਜੋ ਬ੍ਰਹਮ ਕਾ ਪ੍ਰਤੀਬਿੰਬ ਹੈ, ਸੋ ਅਧਿਸ਼ਠਾਨ ਭਾਵ ਬ੍ਰਹਮ ਔਰ ਮਾਇਆ ਸਹਿਤ ਜਗਤ ਕਰਤਾ ਸਰਵੱਗ ਈਸ਼ਵਰ ਕਹੀਏ। ਪਹਿਲੀ ਗੱਲ ਤੇ ਸਮਝਣ ਦੀ ਜ਼ਰੂਰਤ ਹੈ ਵੀ ਇੱਕ ਪ੍ਰਤੀਬਿੰਬ ਕਰਨ ਦੀ ਸਮਰੱਥਾ ਕਿਹਦੇ ਵਿੱਚ? ਤਿੰਨ ਗੁਣ ਆ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਰਜੋ ਤੇ ਤਮੋ ਗੁਣ ਵਿੱਚ ਪ੍ਰਤੀਬਿੰਬਤ ਕਰਨ ਦੀ ਕੋਈ ਸ਼ਮਤਾ ਸਮਰੱਥਾ ਨਹੀਂ। ਸਤੋ ਗੁਣ ਭਾਵੇਂ ਉਹ ਮਲਿਨ ਹੈ ਭਾਵੇਂ ਉਹ ਸ਼ੁੱਧ ਹੈ, ਸਤੋ ਗੁਣ ਦੇ ਵਿੱਚ ਪ੍ਰਤੀਬਿੰਬਤ ਕਰਨ ਦੀ ਸਮਰੱਥਾ ਹੈ, ਬਾਕੀ ਰਜ ਤਮੋ ਗੁਣ ਵਿੱਚ ਨਹੀਂ ਹੈਗੀ। ਹੁਣ ਜਿਵੇਂ ਆਪ ਜੀ ਨੂੰ ਕਹਾਂ, ਇੱਕ ਹੁੰਦਾ ਆਇਨਾ ਭਾਵ ਸ਼ੀਸ਼ਾ ਤੇ ਦੀਵਾਰ, ਦੋਵੇਂ ਪ੍ਰਿਥਵੀ ਦੇ ਪਰਮਾਣੂਆਂ ਤੋਂ ਬਣੇ ਹੁੰਦੇ। ਦੀਵਾਰ, ਕੰਧ ਮਿੱਟੀ ਤੋਂ ਬਣੀ ਹੁੰਦੀ ਹੈ, ਕੰਧ ਅੱਜ ਕੱਲ੍ਹ ਚਲੋ ਸੀਮੈਂਟ ਦੀ ਜੋ ਵੀ ਹੈ, ਤੇ ਸ਼ੀਸ਼ਾ ਉਹ ਵੀ ਪ੍ਰਿਥਵੀ ਦੇ ਪਰਮਾਣੂ ਤੋਂ ਬਣਦਾ। ਪਰ ਦੀਵਾਰ ਵਿੱਚ ਉਹ ਸਮਰੱਥਾ ਨਹੀਂ ਹੈ। ਦੀਵਾਰ ਵਿੱਚ ਸਾਡਾ ਕਦੀ ਪਰਛਾਵਾਂ ਬਣਿਆ, ਅਸੀਂ ਆਪਣਾ ਮੂੰਹ ਦੇਖ ਸਕਦੇ, ਉਹ ਪ੍ਰਤੀਬਿੰਬ ਸਾਨੂੰ ਦੀਵਾਰ ਨਹੀਂ ਕਰ ਸਕਦੀ। ਪਰ ਉਸੇ ਪ੍ਰਿਥਵੀ ਦੇ ਸ਼ੁੱਧ ਪਰਮਾਣੂਆਂ ਤੋਂ ਬਣਿਆ ਹੋਇਆ ਜਿਹੜਾ ਸ਼ੀਸ਼ਾ ਆ, ਉਹ ਪ੍ਰਤੀਬਿੰਬਤ ਕਰਨ ਦੀ ਸਮਰੱਥਾ ਰੱਖਦਾ। ਉਹਨੂੰ ਕਿਤੇ ਵੀ ਰੱਖ ਦਿਓ, ਛੁਪਾ ਕੇ, ਲੁਕਾ ਕੇ, ਬਸ ਜੋ ਵੀ ਦੇ ਸਾਹਮਣੇ ਆ ਗਿਆ ਉਹਨੇ ਪ੍ਰਤੀਬਿੰਬਤ ਕਰਨਾ। ਉਹ ਚੱਲ ਗੱਲ ਵੱਖਰੀ ਵੀ ਹਨੇਰੇ ਕਰਕੇ ਸਾਨੂੰ ਨਾ ਦਿਖੇ, ਪਰ ਉਹਦਾ ਸੁਭਾਅ ਹੈ। ਇਸੇ ਤਰ੍ਹਾਂ ਜੋ ਸਤੋ ਗੁਣ ਹੈ, ਇੱਥੇ ਲਿਖਿਆ ਨਾ ਉਹਨਾਂ ਨੇ, ਸ਼ੁੱਧ ਸਤਵ ਗੁਣ ਸਹਿਤ, ਸ਼ੁੱਧ ਸਤੋ ਗੁਣ ਹੀ ਮਾਇਆ ਵਾ, ਇੰਨਾ ਹੀ ਸਮਝ ਲਓ। ਤੇ ਸ਼ੁੱਧ ਸਤੋ ਗੁਣ ਸਮਰੱਥਾ ਰੱਖਦਾ ਪ੍ਰਤੀਬਿੰਬਤ ਕਰਨ ਦੀ। ਹੁਣ ਸ਼ੁੱਧ ਸਤੋ ਗੁਣ ਦੇ ਸਾਹਮਣੇ ਕੀ ਹੈ? ਬ੍ਰਹਮ ਹੀ ਹੈ ਨਾ, ਹੋਰ ਤਾਂ ਕੋਈ ਨਹੀਂ ਹੈ। ਉਸ ਬ੍ਰਹਮ ਦਾ ਜੋ ਸ਼ੁੱਧ ਸਤੋ ਗੁਣ ਦੇ ਵਿੱਚ ਪ੍ਰਤੀਬਿੰਬ ਹੋਇਆ, ਠੀਕ ਹੈ ਨਾ, ਸ਼ੁੱਧ ਸਤੋ ਗੁਣ ਹੋ ਗਿਆ ਤੇ ਬ੍ਰਹਮ ਹੋ ਗਿਆ। ਤੇ ਉਸ ਬ੍ਰਹਮ ਦਾ ਸ਼ੁੱਧ ਸਤੋ ਗੁਣ ਵਿੱਚ ਜੋ ਪ੍ਰਤੀਬਿੰਬ ਹੋਇਆ ਹੈ, ਠੀਕ ਹੈ ਨਾ, ਭਾਵ ਮਾਇਆ ਦੇ ਵਿੱਚ ਜੋ ਬ੍ਰਹਮ ਦਾ ਪ੍ਰਤੀਬਿੰਬ ਹੋਇਆ, ਤੇ ਉਹ ਮਾਇਆ ਦਾ ਅਧਿਸ਼ਠਾਨ ਕੀ ਆ? ਬ੍ਰਹਮ ਹੀ ਹੈ ਨਾ। ਮਾਇਆ ਦੀ ਜੇ ਹੋਂਦ ਹੈ ਤਾਂ ਉਹ ਕੌਣ? ਬ੍ਰਹਮ ਹੀ ਹੈ, ਹੋਰ ਤਾਂ ਕੋਈ ਨਹੀਂ ਹੈ। ਅਧਿਸ਼ਠਾਨ ਮਤਲਬ ਆਸਰਾ, ਮਾਇਆ ਦਾ ਆਸਰਾ ਕੀ? ਬ੍ਰਹਮ ਹੈ। ਇਸ ਪ੍ਰਕਾਰ ਕੀ ਕਹਿ ਰਿਹਾ? ਮਾਇਆ ਵਿਸ਼ੇ ਜੋ ਬ੍ਰਹਮ ਦਾ ਪ੍ਰਤੀਬਿੰਬ ਹੈ, ਮਾਇਆ ਦੇ ਵਿੱਚ ਜੋ ਬ੍ਰਹਮ ਦਾ ਪ੍ਰਤੀਬਿੰਬ ਹੈ, ਬ੍ਰਹਮ ਹੋ ਗਿਆ ਤੇ ਮਾਇਆ ਹੋ ਗਈ ਤੇ ਬ੍ਰਹਮ ਦਾ ਪ੍ਰਤੀਬਿੰਬ ਹੋ ਗਿਆ, ਤਿੰਨ ਮਿਲਾ ਕੇ ਹੋ ਗਏ। ਸੋ ਅਧਿਸ਼ਠਾਨ ਬ੍ਰਹਮ, ਠੀਕ ਹੈ। ਇੱਥੇ ਸਮਝ ਲੈਣਾ, ਮਾਇਆ ਵਿਸ਼ੇ, ਮਾਇਆ ਦੇ ਵਿੱਚ ਜੋ ਬ੍ਰਹਮ ਦਾ ਪ੍ਰਤੀਬਿੰਬ ਇੱਕ ਹੋ ਗਿਆ। ਸੋ ਅਧਿਸ਼ਠਾਨ ਬ੍ਰਹਮ, ਮਾਇਆ ਦਾ ਅਧਿਸ਼ਠਾਨ ਕੀ ਬ੍ਰਹਮ ਦੋ ਹੋ ਗਏ, ਮਤਲਬ ਬ੍ਰਹਮ ਚੇਤਨ ਤੇ ਪ੍ਰਤੀਬਿੰਬ ਔਰ ਮਾਇਆ ਸਹਿਤ, ਔਰ ਤੀਸਰੀ ਹੈ ਮਾਇਆ। ਤਿੰਨ ਮਿਲਾ ਕੇ ਜਗਤ ਕਰਤਾ ਸਰਵੱਗ ਈਸ਼ਵਰ ਕਹੀਏ ਹੈ। ਇਹਨੂੰ ਈਸ਼ਵਰ ਕਹਿੰਦੇ ਹੈ। ਆ ਗਈ ਨਾ ਸਮਝ? ਈਸ਼ਵਰ ਕਿਹਨੂੰ ਕਹਿੰਦੇ ਆ? ਈਸ਼ਵਰ ਦੀ ਉਤਪਤੀ ਕਿਵੇਂ ਹੋਈ? ਮਤਲਬ ਮਾਇਆ ਵਿਸ਼ੇ ਜੋ ਬ੍ਰਹਮ ਦਾ ਪ੍ਰਤੀਬਿੰਬ ਹੈ ਔਰ ਅਧਿਸ਼ਠਾਨ ਰੂਪ ਜੋ ਬ੍ਰਹਮ, ਜੋ ਮਾਇਆ ਦਾ ਆਸਰਾ ਅਧਿਸ਼ਠਾਨ, ਉਹ ਕੀ ਹੈ? ਬ੍ਰਹਮ ਹੀ, ਸਭ ਦਾ ਅਧਿਸ਼ਠਾਨ ਬ੍ਰਹਮ ਹੀ ਹੈ। ਅਤੇ ਮਾਇਆ ਸਹਿਤ ਜਗਤ ਕਰਤਾ ਭਾਵ ਜਗਤ ਨੂੰ ਕਰਨ ਵਾਲਾ, ਬਣਾਉਣ ਵਾਲਾ, ਤੇ ਜੋ ਸਰਵੱਗ ਭਾਵ ਸਭ ਕੁਝ, ਸਰਬੱਗ ਭਾਵ ਸਰਬ ਗਿਆਤਾ, ਸਭ ਕੁਝ ਜਾਣਨ ਵਾਲਾ, ਉਸ ਸਭ ਕੁਝ ਜਾਣਨ ਵਾਲੇ ਨੂੰ ਈਸ਼ਵਰ ਕਹੀ ਹੈ, ਈਸ਼ਵਰ ਕਹਿੰਦੇ ਹੈ। ਆਓ ਹੁਣ ਅਲਪੱਗ ਜੀਵ ਦਾ ਦੱਸਣਗੇ। ਅਵਿਦਿਆ ਵਿਸ਼ੇ ਜੋ ਬ੍ਰਹਮ ਕਾ ਪ੍ਰਤੀਬਿੰਬ ਹੈ। ਅਵਿਦਿਆ ਕੀ ਹੈ? ਮਲਨ ਸਤੋ ਗੁਣ ਸਹਿਤ। ਤੇ ਭਾਵੇਂ ਕਿ ਇੱਥੇ ਮਲਨ ਸਤੋ ਗੁਣ ਹੈ, ਪਰ ਹੈ ਤਾਂ ਸਤੋ ਗੁਣ ਹੀ ਹੈ। ਸਤੋ ਗੁਣ ਮਲਨ ਹੈ, ਸ਼ੁੱਧ ਹੈ, ਉਹ ਪ੍ਰਤੀਬਿੰਬਤ ਕਰਨ ਦੀ ਸਮਰੱਥਾ ਰੱਖਦਾ। ਇਸ ਤਰ੍ਹਾਂ ਮਲਨ ਸਤੋ ਗੁਣ ਦੇ ਵਿੱਚ ਜਾਂ ਭਾਵ ਅਵਿਦਿਆ ਦੇ ਵਿੱਚ ਜੋ ਬ੍ਰਹਮ ਦਾ ਪ੍ਰਤੀਬਿੰਬ ਹੋਇਆ, ਠੀਕ ਹੈ। ਸੋ ਅਧਿਸ਼ਠਾਨ ਕੁਟਾਸਥ, ਇੱਥੇ ਵੇਖੋ ਨਵਾਂ ਸ਼ਬਦ ਹੈ ਕੂਟਾਸਥ।
कुटस्थ क्यों किया गया है? माया की व्यापक है, विद्या की है थोड़े मात्र होने करके। विद्या थोड़े होने करके जो थोड़े रूप ਵਿੱਚ ਹੈ ਉਸ ਨੂੰ ਵਿਦਿਆ ਕਹਿ ਦਿੰਦੇ ਹੈ। ਹਾਂਜੀ, ਤੇ ਜੋ ਸਰਵ ਵਿਆਪੀ ਹੈ ਉਸ ਨੂੰ ਮਾਇਆ ਕਹਿ ਦਿੰਦੇ ਹੈ। ਜੋ ਵਿਆਪਕ ਰੂਪ ਵਿੱਚ ਉਹ ਮਾਇਆ, ਤੇ ਜੋ ਅੰਤःਕਰਨ ਦੇ ਸਹਿਤ ਅੰਤःਕਰਨ ਦੇ ਵਿੱਚ ਜਿੰਨਾ ਕੁ ਸਥਾਨ ਜੀਵ ਦੇ ਜੋ ਜੀਵ ਦੇ ਵਿੱਚ ਉਹਨੂੰ ਅਵਿਦਿਆ ਕਹਿ ਦਿੰਦੇ ਹੈ, ਜੋ ਸਰਵ ਵਿਆਪੀ ਨੂੰ ਮਾਇਆ ਕਹਿ ਦਿੰਦੇ ਹੈ। ਹਾਂਜੀ, ਤੇ ਇਸ ਪ੍ਰਕਾਰ ਉਸ ਅਵਿਦਿਆ ਵਿੱਚ ਜੋ ਬ੍ਰਹਮ ਦਾ ਪ੍ਰਤੀਬਿੰਬ ਹੈ, ਬ੍ਰਹਮ ਚੇਤਨ ਦਾ ਹੈ, ਬ੍ਰਹਮ ਦਾ ਪ੍ਰਤੀਬਿੰਬ ਹੀ ਸੋ ਅਧਿਸ਼ਠਾਨ ਕੁਟਸਥ ਕਿਉਂ ਕਿਹਾ ਗਿਆ ਹੈ? ਮਤਲਬ ਉਹ ਬ੍ਰਹਮ ਚੇਤਨ ਜੋ ਅਵਿਦਿਆ ਦਾ ਆਸਰਾ ਹੈ। ਠੀਕ ਹੈ, ਅਵਿਦਿਆ ਦਾ ਆਸਰਾ ਭਾਵ ਜਿੰਨੇ ਹਿੱਸੇ 'ਚ ਬ੍ਰਹਮ ਦਾ ਚੇਤਨ ਦਾ ਪ੍ਰਤੀਬਿੰਬ ਪਿਆ ਨਾ, ਤੇ ਉਸ ਅਵਿਦਿਆ ਦਾ ਜੋ ਆਸਰਾ ਹੈ, ਜਿੰਨਾ ਆਸਰਾ ਹੈ ਬ੍ਰਹਮ, ਕਿਉਂਕਿ ਅਵਿਦਿਆ ਥੋੜੀ ਹੈ, ਉਸ ਅਵਿਦਿਆ ਥੋੜੀ ਥਾਂ 'ਚ ਜਿੰਨਾ ਬ੍ਰਹਮ ਚੇਤਨ ਦਾ ਆਧਾਰ ਹਿੱਸਾ ਆਇਆ ਹੈ ਉਹਨੂੰ ਕੁਟਸਥ ਕਹਿੰਦੇ ਹੈ। ਔ ਅਵਿਦਿਆ ਸਹਿਤ ਭੋਗਤਾ ਅਲਪਗ ਜੀਵ ਕਹੀ ਹੈ, ਅਤੇ ਅਵਿਦਿਆ ਸਹਿਤ ਇੱਥੇ ਭੋਗਤਾ ਗਿਆ ਹੈ। ਉਧਰ ਸਰਬੱਗ ਕਿਹਾ, ਇਹ ਜਗਦਾ ਕਰਦਾ ਕਿਹਾ ਹੈ, ਈਸ਼ਵਰ ਜਗਦਾ ਕਰਦਾ ਬਣਾਉਣ ਵਾਲਾ, ਤੇ ਇਹ ਅਵਿਦਿਆ ਸਹਿਤ ਹੈ, ਕਿਉਂਕਿ ਜਿੱਥੇ ਅਵਿਦਿਆ ਉੱਥੇ ਭੋਗਤਾ ਪੁਣਾ ਹੀ ਹੈ। ਜਿੱਥੇ ਅਵਿਦਿਆ ਹੈ ਉੱਥੇ ਭੋਗਤਾ ਪੁਣਾ ਹੀ ਹੈ। ਉੱਥੇ ਇਹੋ ਜਿਹੀ ਮੈਂ ਭੋਗਦਾ ਹਾਂ, ਮੈਂ ਕਰਦਾ ਹਾਂ, ਮੈਂ ਜੰਮਦਾ ਹਾਂ, ਮੈਂ ਮਰਦਾ ਹਾਂ। ਜਿੱਥੇ ਸਤੋਗੁਣ ਉੱਥੇ ਨਾ ਮੈਂ ਜੰਮਦਾ ਹਾਂ, ਨਾ ਮੈਂ ਮਰਦਾ ਹਾਂ, ਨਾ ਮੈਂ ਭੋਗਦਾ ਹਾਂ, ਨਾ ਮੈਂ ਕਰਦਾ ਹਾਂ, ਹੈ ਨਾ। ਇਸ ਤਰ੍ਹਾਂ ਅਵਿਦਿਆ ਸਹਿਤ ਜੋ ਭੋਗਤਾ ਅਲਪਗ ਜੀਵ, ਜੋ ਅਲਪ ਗਿਆਨੀ ਹੈ, ਜਿਸ ਨੂੰ ਥੋੜ੍ਹਾ ਥੋੜ੍ਹਾ ਗਿਆਨ ਹੈ, ਅਤੇ ਜਿਸ ਨੂੰ ਆਸੇ ਪਾਸੇ ਦਾ ਕੋਈ ਗਿਆਨ ਨਹੀਂ, ਆਪਣੇ ਸਰੂਪ ਦੀ ਪੂਰੀ ਲਖਤਾ ਨਹੀਂ ਹੈ, ਸੋ ਜੀਵ ਕਹੀਏ, ਉਸ ਨੂੰ ਕਹੀਦਾ ਹੈ ਜੀਵ। ਕੁਟਸਥ ਕਹਿਣ ਦਾ ਮਤਲਬ ਕਿਉਂ ਕੀ ਹੈ? ਵੀ ਨਾ ਤੇ ਅਵਿਦਿਆ ਦਾ ਕੋਈ ਆਸਰਾ ਹੈ, ਨਾ ਮਾਇਆ ਦਾ ਕੋਈ ਆਸਰਾ ਹੈ। ਜੇ ਉਹ ਆਸਰਾ ਹੈ ਤੇ ਉਹ ਕੌਣ ਹੈ? ਇਹ ਇਕੱਲਾ ਬ੍ਰਹਮ ਚੇਤਨ ਹੀ ਹੈ। ਜੋ ਅਵਿਦਿਆ ਦਾ ਆਸਰਾ ਹੋ ਗਿਆ, ਜਿੰਨਾ ਅਵਿਦਿਆ ਕਿਉਂਕਿ ਥੋੜ੍ਹੇ ਰੂਪ ਵਿੱਚ ਹੈ, ਥੋੜ੍ਹੇ ਰੂਪ ਵਿੱਚ ਜੋ ਬ੍ਰਹਮ ਚੇਤਨ ਦਾ ਜੋ ਪ੍ਰਤੀਬਿੰਬ ਹੋਇਆ ਹੈ, ਤੇ ਉਸ ਦਾ ਜਿਸ ਵਿਦਿਆ ਦਾ ਜਿੰਨੇ ਥਾਂ 'ਤੇ ਪ੍ਰਤੀਬਿੰਬ ਹੋਇਆ, ਉਹਨਾਂ ਜੋ ਆਸਰਾ ਹੈ, ਉਸ ਆਸ ਨੂੰ ਕੁਟਸਥ ਕਿਹਾ ਹੈ। ਤੇ ਮਾਇਆ ਦੇ ਵਿੱਚ ਮਾਇਆ ਵਿਆਪਕ ਰੂਪ ਹੈ, ਇਸ ਕਰਕੇ ਸਾਰੀ ਮਾਇਆ ਵਿਆਪਕ ਦਾ ਜੋ ਆਧਾਰ ਅਧਿਸ਼ਠਾਨ ਉਸ ਨੂੰ ਬ੍ਰਹਮ ਚੇਤਨ ਕਿਹਾ ਹੈ। ਇਸ ਕਰਕੇ ਸਿੱਧਾ ਜਿਹਾ ਸਮਝ ਲਓ ਕਿ ਬ੍ਰਹਮ ਤੇ ਬ੍ਰਹਮ ਚੇਤਨ ਤੇ ਉਹਦਾ ਪ੍ਰਤੀਬਿੰਬ ਤੇ ਸ਼ੁੱਧ ਸਤਿਗੁਣ ਸਾਹਿਬ ਜੋ ਮਾਇਆ ਹੈ, ਮਤਲਬ ਤਿੰਨਾਂ ਨੂੰ ਮਿਲਾ ਕੇ ਕੀ ਹੋ ਗਿਆ? ਈਸ਼ਵਰ ਤੇ ਜੋ ਸਰਬੱਗ ਸਰਬ ਗਿਆਤਾ ਹੈ। ਠੀਕ ਹੈ, ਤੇ ਜਗਤ ਦਾ ਕਰਤਾ ਹੈ, ਤੇ ਇੱਧਰ ਜੋ ਭੋਗਤਾ ਹੈ, ਉਹਦਾ ਬਣਾਇਆ ਹੋਇਆ ਈਸ਼ਵਰ ਦਾ, ਤੇ ਅਵਿਦਿਆ ਦੇ ਸਹਿਤ, ਤੇ ਬ੍ਰਹਮ ਦਾ ਪ੍ਰਤੀਬਿੰਬ, ਤੇ ਬ੍ਰਹਮ ਚੇਤਨ ਜੋ ਕੁਟਸਥ ਰੂਪ ਵਿੱਚ ਹੈ, ਤੇ ਜੋ ਅਲਪਗ ਹੈ, ਅਲਪ ਗਿਆਨੀ, ਉਸ ਨੂੰ ਜੀਵ ਕਹਿੰਦੇ ਹੈ। ਉਹਦੇ ਤਿੰਨਾਂ ਦਾ ਮਿਲਾਵਟ ਹੀ, ਬਹੁਤਾ ਖੱਜਲ ਖੁਆਰੀ ਨਹੀਂ ਕਰਨ ਦੀ ਜ਼ਰੂਰਤ। ਮਾਇਆ ਬ੍ਰਹਮ ਦਾ ਪ੍ਰਤੀਬਿੰਬ, ਤੇ ਬ੍ਰਹਮ ਚੇਤਨ ਈਸ਼ਵਰ। ਇਸੇ ਤਰ੍ਹਾਂ ਇਹ ਕੁਟਸਥ ਅਵਿਦਿਆ ਤੇ ਬ੍ਰਹਮ ਚੇਤਨ ਜੋ ਨੂੰ ਕੁਟਸਥ ਕਿਹਾ ਹੈ, ਉਹਦਾ ਜਿਹੜਾ ਪ੍ਰਤੀਬਿੰਬ, ਤਿੰਨਾਂ ਨੂੰ ਮਿਲਾ ਕੇ ਜੀਵ ਹੈ। ਤੇ ਜੀਵ ਅਲਪਾ ਗਿਆ, ਈਸ਼ਵਰ ਸਰਬਾ ਗਿਆ। ਈਸ਼ਵਰ ਜਗਤ ਦਾ ਕਰਦਾ, ਜੀਵ ਗਿਆ ਭੋਗਤਾ ਹੈ, ਵਾ ਭੋਗਣ ਵਾਲਾ ਹੈ। ਅਸੀਂ ਭੋਗ ਹੀ ਰਹੇ ਹਾਂ ਨਾ, ਅਸੀਂ ਬਣਾਉਣ ਥੋੜ੍ਹੀ ਕੁਝ ਰਹੇ ਹਾਂ। ਸੋ ਜੀਵ ਈਸ਼ਵਰ ਦੀ ਉਤਪਤੀ ਹੋ ਗਈ। ਸੋ ਅੱਜ ਮੇਰਾ ਖਿਆਲ ਹੈ ਕਿਤੇ ਸਮਾਪਤੀ ਕਰ ਦੇਣੀ ਚਾਹੀਦੀ ਹੈ, ਕਿਉਂਕਿ ਸਪੀਕਰ ਚੱਲਣੇ ਕਰਕੇ ਰਿਕਾਰਡਿੰਗ ਵਿੱਚ ਵੀ ਫਿਰ ਉਹ ਰਿਕਾਰਡਿੰਗ ਆ ਜਾਣੀ ਹੈ, ਸਪੀਕਰ ਦੇ ਜਿਹੜੀ ਸ਼ਬਦ ਚੱਲਣ ਲੱਗੇ। ਸੋ ਅੱਜ ਇੱਥੇ ਜਿਹੜੀ ਸਮਾਪਤੀ ਕਰ ਦਿੰਦੇ, ਬਾਕੀ ਆਪਾਂ ਕੱਲ੍ਹ ਵਿਚਾਰ ਲਵਾਂਗੇ, ਪੜ੍ਹ ਲਵਾਂਗੇ। ਭੁੱਲਾਂ ਚੁੱਕਾਂ ਦੀ ਖੇਮਾ ਜੀ, ਵਿਚਾਰਾਂ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।